हेलो स्टूडेंट्स, आई एम हनीश बंसल। आई एम योर बिजनेस स्टडी ਲੈਕਚਰਰ। तो स्टूडेंट्स ਅੱਜ ਆਪਾਂ ਸਟਾਰਟ ਕਰਾਂਗੇ ਫਿਊਲ ਪ੍ਰਿੰਸੀਪਲ ਆਫ ਮੈਨੇਜਮੈਂਟ। ਤੁਹਾਨੂੰ ਜਿਹੜੀ ਬੇਸਿਕ ਜਾਣਕਾਰੀ ਪਹਿਲਾਂ ਉਹ ਪਤਾ ਹੋਣੀ ਚਾਹੀਦੀ ਹੈ ਕਿ ਜਿਹੜਾ ਹੈਨਰੀ ਫਿਊਲ ਹੈ ਉਹਨੇ ਪ੍ਰਿੰਸੀਪਲ ਲਿਖੇ ਸੀਗੇ ਜਿਹਦੇ ਨੂੰ ਆਪਾਂ ਅਪਲਾਈ ਕਰਕੇ ਆਪਾਂ ਅੱਗੇ ਮੈਨੇਜਮੈਂਟ 'ਚ ਕੰਮ ਕਰਦੇ ਹਾਂ, ਕਿਵੇਂ ਕੰਮ ਕਰਨਾ, ਕਿਸ ਤਰੀਕੇ ਨਾਲ ਕਰਨਾ ਹੈ, ਇਹ ਸਾਰੇ ਢੰਗ ਇਹਨੇ ਦੱਸੇ ਸੀਗੇ। ਦੇਖੋ ਸਟੂਡੈਂਟਸ, ਕਹਿੰਦੇ ਹੈਨਰੀ ਫਿਊਲ ਵਾਜ਼ ਬੋਰਨ ਇਨ ਫਰਾਂਸ ਇਨ 1841। ਕਹਿੰਦੇ 1841 ਦੇ ਵਿੱਚ ਫਰਾਂਸ ਦੇ ਵਿੱਚ ਪੈਦਾ ਹੋਇਆ ਸੀ। ਠੀਕ ਹੈ, ਇਹਨੇ ਇੱਕ ਡਿਗਰੀ ਲਿੱਤੀ ਸੀ ਮਾਈਨਿੰਗ ਇੰਜੀਨੀਅਰਿੰਗ 1860 ਅਤੇ ਸਟਾਰਟਡ ਵੀ ਵਰਕਿੰਗ ਐਜ਼ ਇੰਜੀਨੀਅਰਿੰਗ ਇਨ ਏ ਕੋਲ ਮਾਈਨਿੰਗ ਕੰਪਨੀ। ਅਤੇ ਫਿਰ ਇਹਨੇ ਆਪਣਾ ਜਿਹੜਾ ਕੰਮ ਸਟਾਰਟ ਕਰਤਾ ਸੀਗਾ ਇੰਜੀਨੀਅਰਿੰਗ ਦੇ ਵਿੱਚ, ਠੀਕ ਹੈ, ਕੋਲ ਮਾਈਨਿੰਗ ਕੰਪਨੀ ਦੇ ਵਿੱਚ। ਉਹਨੇ ਡਿਗਰੀ ਜਿਹੜੀ 1860 'ਚ ਲਿੱਤੀ ਅਤੇ ਫਿਰ ਉਹਨੇ ਕੰਮ ਸਟਾਰਟ ਕਰਤਾ ਸੀ 1888 'ਚ। ਫਿਰ ਉਹਨੂੰ ਪ੍ਰਮੋਟ ਕਰਕੇ ਡਾਇਰੈਕਟਰ ਬਣਾ ਦਿੱਤਾ ਗਿਆ ਸੀ ਕੰਪਨੀ ਦਾ। ਠੀਕ ਹੈ, ਐਟ ਦੈਟ ਟਾਈਮ ਦਾ ਕੰਪਨੀ ਵਾਜ਼ ਇਨ ਦਾ ਸਿਚੁਏਸ਼ਨ ਆਫ ਇਨਸੋਲਵੈਂਸੀ। ਕੰਪਨੀ ਦਾ ਉਸ ਟਾਈਮ ਦਿਵਾਲਾ ਨਿਕਲਿਆ ਹੋਇਆ ਸੀ, ਦਿਵਾਲਾ ਨਿਕਲਣ ਦੀ ਸਿਚੁਏਸ਼ਨ 'ਚ ਆ ਗਈ ਸੀ। ਤਾਂ ਉਹਨੇ ਆਪਣੇ ਇਸ ਚੈਲੰਜ ਨੂੰ ਐਕਸੈਪਟ ਕੀਤਾ ਤਾਂ ਉਸਨੇ ਇੱਕ ਮੈਨੇਜਰਲ ਟੈਕਨੀਕ ਤਿਆਰ ਕੀਤੀ, ਸਿਚੁਏਸ਼ਨ ਬਣਾਈ। ਅਤੇ ਜਦੋਂ ਉਹ ਇੱਕ ਰਿਟਾਇਰ ਹੋਇਆ ਕੰਪਨੀ ਦੇ ਵਿੱਚੋਂ ਤਾਂ ਕੰਪਨੀ ਇੱਕ ਬਹੁਤ ਹੀ ਜ਼ਿਆਦਾ ਸਟਰੋਂਗ ਪੋਜੀਸ਼ਨ ਦੇ ਵਿੱਚ ਉਹਨੇ ਪਹੁੰਚਾ ਕੇ ਛੱਡੀ ਸੀਗੀ। ਤਾਂ ਮਤਲਬ ਉਹਨੇ ਇਸ ਤਰੀਕੇ ਨਾਲ ਆਪਣੀ ਟੈਕਨੀਕਸ ਇਸ ਤਰੀਕੇ ਨਾਲ ਇੰਨੇ ਮੈਥਡਸ ਦੱਸੇ ਇੰਨੇ ਤਾਂ ਜਿਸ ਵਜ੍ਹਾ ਨਾਲ ਕੰਪਨੀ ਸਟਰੋਂਗ ਪੋਜੀਸ਼ਨ 'ਚ ਪਹੁੰਚ ਗਈ ਸੀ। ਠੀਕ ਹੈ, ਉਸ ਤੋਂ ਬਾਅਦ ਮੇਜਰ ਕੰਟਰੀਬਿਊਸ਼ਨ ਕਿਹੜੀ ਦਿੱਤੀਆਂ ਸੀਗੀਆਂ ਫਿਊਲ ਨੇ। ਕਹਿੰਦੇ ਹੈਨਰੀ ਫਿਊਲ ਬਿਕਮ ਫੇਮਸ ਐਜ਼ ਫਾਦਰ ਆਫ ਮੈਨੇਜਮੈਂਟ ਸਟੱਡੀ ਥੋਟ। ਇਹਨੇ ਇੱਕ ਫੇਮਸ ਹੈ ਫਾਦਰ ਆਫ ਮੈਨੇਜਮੈਂਟ ਸਟੱਡੀ ਐਂਡ ਥੋਟ ਬਿਕੋਜ਼ ਆਫ ਦਾ ਫੋਲੋਇੰਗ ਕੰਟਰੀਬਿਊਸ਼ਨ। ਐਂਡ ਫਾਦਰ ਕਿਹਾ ਜਾਂਦਾ। ਕਹਿੰਦੇ ਇਹਨੇ ਕੀ ਦੱਸਿਆ ਸੀ, ਇਹਨੇ ਟੈਕਨੀਕਲ ਅਤੇ ਮੈਨੇਜਰਲ ਸਕਿੱਲ ਦੇ ਵਿੱਚ ਕੀ ਦੱਸਿਆ ਸੀਗਾ, ਡਿਫਰੈਂਸ ਦੱਸਿਆ ਸੀਗਾ ਕਲੀਅਰ ਕੱਟ। ਅਤੇ ਇੱਕ ਹੀ ਆਈਡੈਂਟੀਫਾਈ ਦਾ ਮੇਨ ਸਟੈਪ in the process of management which is consider the major function of management planning, organizing, staffing, directing, controlling। ਇਹਨੇ ਸਟੈਪਸ ਦੱਸੇ ਸੀਗੇ ਮੇਜਰ ਸਟੈਪ ਕਿ ਹਾਂ ਇਹ ਸਾਰੇ ਸਟੈਪ ਨੇਗੇ ਕਿ ਇਸ ਤਰੀਕੇ ਨਾਲ ਆਪਾਂ ਨੂੰ ਕੋਈ ਵੀ ਕੰਮ ਕਰਨਾ ਚਾਹੀਦਾ ਸਟੈਪਾਂ ਨੂੰ ਫੋਲੋ ਕਰਕੇ। ਇੱਕ ਉਹਨੇ 14 ਪ੍ਰਿੰਸੀਪਲ ਦੱਸੇ ਸੀਗੇ ਜਿਸ ਦੇ ਅਕੋਰਡਿੰਗ ਆਪਾਂ ਨੂੰ ਉਹ ਕੰਮ ਕਰਨਾ ਚਾਹੀਦਾ। ਤਾਂ ਇਹ ਤੁਹਾਨੂੰ ਕਲੀਅਰ ਹੋ ਗਿਆ ਹੋਣਾ ਸਟੂਡੈਂਟਸ। ਅੱਗੇ ਦੇਖਦੇ ਹਾਂ, ਜਿਹਦੇ 14 ਪ੍ਰਿੰਸੀਪਲਸ ਦੱਸੇ ਸੀ ਉਹਦੇ ਵਿੱਚ ਜਿਹੜਾ ਪਹਿਲਾ ਪ੍ਰਿੰਸੀਪਲ ਹੈ ਡਿਵੀਜ਼ਨ ਆਫ ਵਰਕ। ਅਕੋਰਡਿੰਗ ਟੂ ਦਾ ਪ੍ਰਿੰਸੀਪਲ, ਹੁਣ ਡਿਵੀਜ਼ਨ ਆਫ ਵਰਕ ਦਾ ਮਤਲਬ ਕੀ ਹੋਇਆ, ਕੰਮ ਨੂੰ ਡਿਵਾਈਡ ਕਰਨਾ। ਉਹਨੇ ਦੱਸਿਆ 14 ਪ੍ਰਿੰਸੀਪਲ 'ਚ ਪਹਿਲਾ ਚੀਜ਼ ਕਿ ਕੰਮ ਨੂੰ ਕਿ ਇਹ ਦੇਖੋ ਲਿਖਿਆ ਹੋਇਆ ਅਕੋਰਡਿੰਗ ਟੂ ਦਿਸ ਪ੍ਰਿੰਸੀਪਲ whole work must be divided into small tasks or unit and instead of assigning the whole work to one person, one task or unit of work should be assigned to one person according to the capability, qualification, experience of the person। ਪਹਿਲਾਂ ਤਾਂ ਉਹਨੇ ਦੇਖਿਆ ਕਿ ਜਿਹੜਾ ਕੰਮ ਹਮੇਸ਼ਾ ਡਿਵਾਈਡ ਹੋਣਾ ਚਾਹੀਦਾ। ਇੱਕ ਬੰਦਾ ਇੱਕ ਕੰਮ ਕਰੇ ਅਤੇ ਉਹਨੂੰ ਕੰਮ ਓਨਾ ਹੀ ਦੇਣਾ ਚਾਹੀਦਾ ਜਿੰਨੀ ਉਹਦੀ ਕੈਪੇਬਿਲਿਟੀ ਹੋਵੇ, ਉਹਦੀ ਕੁਆਲੀਫਿਕੇਸ਼ਨ ਹੋਵੇ, ਜਿੰਨਾ ਉਹ ਕੈਪੇਬਲ ਹੋਵੇ ਉਸ ਹਿਸਾਬ ਨਾਲ ਉਹਨੂੰ ਕੰਮ ਕਰਨਾ ਚਾਹੀਦਾ। ਵੈਨ ਏ ਪਰਸਨ ਇਜ਼ ਪਰਫੋਰਮਿੰਗ ਏ ਪਾਰਟ ਆਫ ਜੋਬ ਅਗੇਨ ਐਂਡ ਅਗੇਨ ਹੀ ਵਿਲ ਬਿਕਮ ਪਰਫੈਕਟ ਐਂਡ ਸਪੈਸ਼ਲਾਈਜ਼ਡ ਇਨ ਡੂਇੰਗ ਦੈਟ ਦ ਐਫੀਸ਼ੀਐਂਸੀ ਲੈਵਲ ਵਿਲ ਇੰਪਰੂਵ। ਇਹਦਾ ਮਤਲਬ ਕੀ ਹੋਇਆ, ਜੇਕਰ ਉਹ ਕੰਮ ਬਾਰ ਕਰਦਾ ਰਹੇਗਾ ਤਾਂ ਉਹ ਉਸ ਦੇ ਵਿੱਚ ਕੀ ਹੋ ਜਾਏਗਾ, ਸਪੈਸ਼ਲਿਸਟ ਹੋ ਜਾਏਗਾ। ਤਾਂ ਸਪੈਸ਼ਲਾਈਜ਼ਡ ਹੋ ਜਾਏਗਾ, ਉਹਦੀ ਐਫੀਸ਼ੀਐਂਸੀ ਲੈਵਲ ਵੀ ਕੀ ਹੋਊਗੀ, ਵਧੇਗੀ। ਠੀਕ ਹੈ, ਫਿਊਲ ਸੈਡ ਨੋਟ ਓਨਲੀ ਦਾ ਫੈਕਟਰੀ ਵਰਕ ਬਟ ਟੈਕਨੀਕਲ ਮੈਨੇਜਰ ਐਂਡ ਸਕਿੱਲ ਜੋਬ ਸ਼ੁੱਡ ਆਲਸੋ ਬੀ ਡਿਵਾਈਡਡ ਇਨਟੂ ਸਮਾਲ ਸੈਗਮੈਂਟ ਫॉर ਸਪੈਸ਼ਲਾਈਜੇਸ਼ਨ। ਇਹਨੇ ਸਿਰਫ ਫੈਕਟਰੀ ਵਰਕ ਨੂੰ ਨਹੀਂ ਦੱਸਿਆ ਕਿ ਫੈਕਟਰੀ ਵਰਕ ਦਾ ਕੰਮ ਡਿਵਾਈਡ ਹੋਣਾ ਚਾਹੀਦਾ। ਇਹਨੇ ਹਰ ਚੀਜ਼ ਦੱਸੀ ਕਿ ਟੈਕਨੀਕਲ ਚੀਜ਼ ਵੀ ਐਵੇਂ ਹੋਣੀ ਚਾਹੀਦੀ ਹੈ, ਮੈਨੇਜਰਲ ਅਤੇ ਸਕਿੱਲਸ ਜੋਬ ਵੀ ਇਸੇ ਤਰੀਕੇ ਨਾਲ ਹੀ ਆਪਾਂ ਨੂੰ ਡਿਵਾਈਡ ਕਰਕੇ ਹੀ ਕੰਮ ਕਰਨਾ ਚਾਹੀਦਾ ਹੈ। ਇਨ ਬੈਂਕ ਵਨ ਪਰਸਨ ਇਜ਼ ਰਿਸੀਵਡ ਕੈਸ਼, one is giving cash, one is making entry in passbook, one is giving loan, one is doing FD। ਮਤਲਬ ਹੁਣ ਦੇਖੋ, ਤੁਹਾਨੂੰ ਦੇਖਿਆ ਕਿ ਬੈਂਕ ਦੇ ਵਿੱਚ ਇੱਕ ਪਰਸਨ ਕੈਸ਼ ਨੂੰ ਦੇਖੇ, ਇੱਕ ਪਰਸਨ ਐਂਟਰੀਆਂ ਪਾਸ ਕਰੇ, ਇੱਕ ਪਰਸਨ ਲੋਨ ਵਾਸਤੇ, ਇੱਕ FD ਵਾਸਤੇ। ਹਰ ਅਲੱਗ ਬੰਦੇ ਅਲੱਗ ਕੰਮ ਕਰਨ, ਜਿਸ ਦੇ ਵਿੱਚ ਕੀ ਹੁੰਦਾ ਐਫੀਸ਼ੀਐਂਸੀ ਲੈਵਲ ਵੀ ਜ਼ਿਆਦਾ ਲੱਗਦੀ ਹੈ ਅਤੇ ਕੰਮ ਵੀ ਪਰਫੈਕਟਲੀ ਤਰੀਕੇ ਨਾਲ ਹੁੰਦਾ। ਅਤੇ ਪੋਜ਼ੀਟਿਵ ਕਿਵੇਂ ਹੁੰਦੇ, ਸਪੈਸ਼ਲਾਈਜੇਸ਼ਨ। and whenever work is divided according to qualification then automatics it lead to specialization।
ਜਦੋਂ ਕੰਮ ਆਪਣੇ ਉਹਦੇ ਕੁਆਲੀਫਿਕੇਸ਼ਨ ਦੇ ਮੁਤਾਬਿਕ ਦੇਵਾਂਗੇ ਤਾਂ ਉਹਦੀ ਸਪੈਸ਼ਲਿਸਟੀ ਉਸ ਹਿਸਾਬ ਨਾਲ ਹੀ ਬਣ ਜਾਏਗੀ। ਇੰਪਰੂਵ ਐਫੀਸ਼ੀਐਂਸੀ ਵੀ ਕੀ ਹੁੰਦੀ ਹੈ ਇਹਦੇ ਵਿੱਚ, ਇੰਪਰੂਵ ਹੁੰਦੀ ਹੈ। When employee is performing only one part of job, then he becomes expert in that and result in less wastage of resources। ਜੇ ਅਗਰ ਇੱਕ ਪਾਰਟ 'ਤੇ ਹੀ ਇੰਪਲੋਈ ਕੀ ਕਰਦਾ, ਕੰਮ ਕਰਦਾ, ਤਾਂ ਉਹਦੀ ਕੀ ਹੈ ਐਕਸਪਰਟਨੈਸ ਜ਼ਿਆਦਾ ਹੁੰਦੀ ਹੈ। ਐਕਸਪਰਟਨੈਸ ਅਤੇ ਉਹ ਲੈਸ ਵੇਸਟੇਜ ਵੀ ਹੋਣ ਦੇ ਉਹਦੇ ਕੀ ਹੁੰਦੇ ਨੇ ਚਾਂਸ ਘੱਟ ਹੁੰਦੇ ਨੇਗੇ। ਤਾਂ ਇਹ ਜਿਹੜਾ ਕੰਸੀਕੁਐਂਸ ਹੈ ਕੀ ਹੈ, ਕਿਸ ਚੀਜ਼ ਨੂੰ ਵਾਇਲੇਟ ਕਰਦਾ ਹੈ, ਇਹ ਐਫੀਸ਼ੀਐਂਸੀ ਲੈਕ ਹੁੰਦੀ ਹੈ। ਜੇਕਰ ਆਪਾਂ ਇਸ ਚੀਜ਼ ਨੂੰ ਨਹੀਂ ਲੈ ਕੇ ਚੱਲਦੇ ਤਾਂ ਐਫੀਸ਼ੀਐਂਸੀ ਇਹਦੇ ਅੰਦਰ ਲੈਕ ਹੁੰਦੀ ਹੈ। ਜੇਕਰ ਆਪ ਡਿਵੀਜ਼ਨ ਆਫ ਵਰਕ ਨਹੀਂ ਹੁੰਦਾ ਤਾਂ ਐਫੀਸ਼ੀਐਂਸੀ ਲੈਕ ਹੋਏਗੀ, ਸਪੈਸ਼ਲਾਈਜੇਸ਼ਨ ਨਹੀਂ ਹੋ ਪਾਏਗੀ ਅਤੇ ਕੰਮ ਡੁਪਲੀਕੇਟ ਹੋਣ ਦੇ ਚਾਂਸਿਸ ਜ਼ਿਆਦਾ ਹੁੰਦੇ ਨੇ। ਤਾਂ ਡਿਵੀਜ਼ਨ ਆਫ ਵਰਕ ਇੰਨਾ ਆਪਾਂ ਨੂੰ ਫਾਇਦਾ ਦਿਲਾਉਂਦਾ ਹੈ। ਤਾਂ ਤੁਹਾਨੂੰ ਇਹ ਕਲੀਅਰ ਹੋ ਗਿਆ ਹੋਣਾ ਸਟੂਡੈਂਟਸ। ਤਾਂ ਹੁਣ ਇਸ ਕੰਸੈਪਟ ਦੇ ਬੇਸ 'ਤੇ ਕਿਸ ਤਰੀਕੇ ਦੀ ਕੇਸ ਸਟੱਡੀ ਆ ਸਕਦੀ ਹੈ। ਕਹਿੰਦੇ ਮੈਨੇਜਰ ਆਫ ABC ਲਿਮਟਡ ਡਜ਼ ਨੋਟ ਐਲੋਕੇਟ ਵਰਕ ਐਜ਼ ਪਰ ਦਾ ਕੈਪੇਬਿਲਿਟੀ ਆਫ ਵਰਕਰ ਵਿਚ ਪ੍ਰਿੰਸੀਪਲ ਇਜ਼ ਵਾਇਲੇਟ। ਹੁਣ ਦੇਖੋ ਇੱਕ ABC ਲਿਮਟਡ ਕੰਪਨੀ ਸੀ, ਠੀਕ ਹੈ, ਉਹਨੇ ਇੱਕ ਮੈਨੇਜਰ ਨੇ ਕੀ ਕੀਤਾ, ਮਤਲਬ ਵਰਕ ਨੂੰ ਕੈਪੇਬਿਲਿਟੀ ਦੇ ਮੁਤਾਬਿਕ ਨਹੀਂ ਦਿੱਤਾ ਗਿਆ ਸੀਗਾ, ਤਾਂ ਉਹ ਕਿਹੜੇ ਪ੍ਰਿੰਸੀਪਲ ਨੂੰ ਵਾਇਲੇਟ ਕਰ ਰਿਹਾ, ਡਿਵੀਜ਼ਨ ਆਫ ਵਰਕ। ਠੀਕ ਹੈ, ਇਹ ਤੁਹਾਨੂੰ ਪਤਾ ਲੱਗ ਗਿਆ ਹੋਣਾ, ਇਹਦਾ ਆਨਸਰ ਡਿਵੀਜ਼ਨ ਆਫ ਵਰਕ ਆ ਜਾਏਗਾ। ਅੱਗੇ ਆ ਜਾਂਦਾ ਪ੍ਰੋਡਕਸ਼ਨ ਮੈਨੇਜਰ ਆਫ ਬਾਟਾ ਲਿਮਟਡ ਟੁਕ ਸਪੈਸ਼ਲ ਕੇਅਰ of the interest and ability of his subordinate while distributing work among them. He was of the firm opinion that a worker should be given one work again and again so that he become expert in it। ਹੁਣ ਆਹੀ ਚੀਜ਼ ਪੜ੍ਹ ਕੇ ਹਟੇ ਆਪਾਂ ਸਾਰੀ ਕੇਸ ਸਟੱਡੀ ਦੇ ਵਿੱਚ। ਕਹਿੰਦੇ ਇੱਕ ਬੰਦਾ ਇੱਕ ਕੰਮ ਕਰਦਾ ਰਹੂ, ਬਾਹਰ ਉਹਦੇ ਵਿੱਚ ਐਕਸਪਰਟ ਹੋ ਜਾਊਗਾ, ਨਾਲੇ ਕੰਮ ਨੂੰ ਵੀ ਉਹਦੀ ਅਬਿਲਿਟੀ ਦੇ ਅਕੋਰਡਿੰਗ ਦਿੱਤਾ। ਤਾਂ ਕਿਹੜਾ ਪ੍ਰਿੰਸੀਪਲ ਇਹਨੂੰ ਫੋਲੋ ਕਰ ਰਿਹਾ, ਤਾਂ ਡਿਵੀਜ਼ਨ ਆਫ ਵਰਕ ਦੇ ਅੰਦਰ ਆ ਜਾਏਗਾ। ਤਾਂ ਤੁਹਾਨੂੰ ਇਹ ਕਲੀਅਰ ਹੋ ਗਿਆ ਹੋਣਾ। ਅੱਗੇ ਦੇਖੋ ਸਟੂਡੈਂਟਸ, ਅਥੋਰਿਟੀ ਐਂਡ ਰਿਸਪੌਂਸਿਬਿਲਿਟੀ। ਅਥੋਰਿਟੀ ਮੀਨਸ ਪਾਵਰ ਟੂ ਟੇਕ ਡਿਸੀਜ਼ਨ, ਰਿਸਪੌਂਸਿਬਿਲਿਟੀ ਮੀਨਸ ਓਬਲੀਗੇਸ਼ਨ ਟੂ ਕੰਪਲੀਟ ਦਾ ਜੋਬ ਅਸਾਈਨਡ ਔਨ ਦਾ ਟਾਈਮ। ਕਹਿੰਦੇ ਅਥੋਰਿਟੀ ਦਾ ਮਤਲਬ ਕੀ ਹੁੰਦਾ ਹੈ, ਕਹਿੰਦੇ ਕੋਈ ਪਾਵਰ ਦਿੱਤੀ ਗਈ ਹੈ, ਠੀਕ ਹੈ, ਡਿਸੀਜ਼ਨ ਉਹਦੇ ਵਿੱਚ ਹੁੰਦੇ ਨੇ। ਪਰ ਰਿਸਪੌਂਸਿਬਿਲਿਟੀ ਦਾ ਮਤਲਬ ਹੁੰਦਾ ਕੋਈ ਕੰਮ ਦਿੱਤਾ ਗਿਆ, ਉਹ ਆਪਣੇ ਟਾਈਮ 'ਤੇ ਕੀ ਕਰਨਾ ਹੁੰਦਾ, ਪੂਰਾ ਕਰਨਾ ਹੁੰਦਾ। According to this principle, there must be balance or a priority between the authority and responsibility. Excess of authority without matching responsibility bring negative result, and excess of responsibility without matching authority will not allow the worker to complete his job on time। ਕਹਿੰਦੇ ਹੁਣ ਇਹਦੇ ਵਿੱਚ ਦੇਖੋ ਕਲੀਅਰ ਕੱਟ ਲਿਖਿਆ ਹੋਇਆ, ਕਹਿੰਦੇ ਜੇਕਰ ਜ਼ਿਆਦਾ ਅਥੋਰਟੀ ਹੋ ਜਾਊਗੀ, ਠੀਕ ਹੈ, ਤਾਂ ਵੀ ਪ੍ਰੋਬਲਮ ਆਉਂਦੀ ਹੈ, ਤਾਂ ਰਿਸਪੌਂਸਿਬਿਲਿਟੀ ਦੇ ਨੈਗੇਟਿਵ ਇਫੈਕਟ ਪੈਣਗੇ। ਅਗਰ ਰਿਸਪੌਂਸਿਬਿਲਿਟੀ ਜ਼ਿਆਦਾ ਹੋ ਜਾਊਗੀ, ਠੀਕ ਹੈ, ਤਾਂ ਕੀ ਹੋਏਗਾ, ਤਾਂ ਵੀ ਪ੍ਰੋਬਲਮ ਆਉਂਦੀ ਹੈ। ਠੀਕ ਹੈ, ਰਿਸਪੌਂਸਿਬਿਲਿਟੀ ਤਾਂ ਜ਼ਿਆਦਾ ਹੋ ਜਾਏਗੀ ਤਾਂ ਕੀ ਹੋਊਗਾ, ਵਿਦਾਊਟ ਮੈਚਿੰਗ ਅਥੋਰਟੀ ਦੇ ਉੱਤੇ ਆਪਾਂ ਨੂੰ ਪ੍ਰੋਬਲਮ ਆਉਣੀ ਹੈ। ਠੀਕ ਹੈ, ਇਸ ਲਈ ਦੋਨੋਂ ਕੀ ਹੋਣਾ ਚਾਹੀਦਾ, ਬੈਲੈਂਸਡ ਹੋਣਾ ਚਾਹੀਦਾ। On an organization should build safeguards against misuse or abuse of managerial power. A manager should have to right to punish the subordinate for willfully not obeying a legitimate order, but only after sufficient opportunity has been given to subordinate for giving his her arguments। ਹੁਣ ਦੇਖੋ ਇਹਦੇ ਵਿੱਚ ਕੀ ਕਿਹਾ, ਕਹਿੰਦੇ ਇੱਕ ਔਰਗੇਨਾਈਜੇਸ਼ਨ ਦੇ ਵਿੱਚ ਕੀ ਹੁੰਦਾ, ਆਪਾਂ ਨੇ ਜਿਹੜੇ ਵੀ ਮਿਸਯੂਜ਼ ਨਹੀਂ ਕਰਨੇ ਚਾਹੀਦੇ ਮੈਨੇਜਰਲ ਪਾਵਰਸ ਨੂੰ। ਠੀਕ ਹੈ, ਮੈਨੇਜਰ ਕੀ ਹੈ ਕਿ ਆਪਣੀ ਇੱਛਾ ਮੁਤਾਬਿਕ ਕਿਸੇ ਨੂੰ ਵੀ ਪੁਨਿਸ਼ ਕਰਤਾ, ਕਿਸੇ ਨੂੰ ਵੀ ਆਪਣੇ ਮੁਤਾਬਿਕ ਕੰਮ ਦੇਈ ਜਾਂਦਾ, ਤਾਂ ਇਹਦੇ ਨਾਲ ਕੀ ਹੁੰਦਾ, ਬੈਡ ਇਫੈਕਟ ਪੈਂਦਾ। ਤਾਂ ਸਬੋਰਡੀਨੇਟ ਵੀ ਆਰਗੂਮੈਂਟ ਕਰਦੇ ਨੇਗੇ, ਤਾਂ ਜਿਹਦੇ ਨਾਲ ਕੋਈ ਕੰਮ ਸਹੀ ਤਰੀਕੇ ਨਾਲ ਪੂਰਾ ਨਹੀਂ ਹੋ ਪਾਉਂਦਾ। ਤਾਂ ਇਸ ਲਈ ਹਰ ਚੀਜ਼ ਕੀ ਹੈ ਹਿਸਾਬ ਨਾਲ ਹੋਣੀ ਚਾਹੀਦੀ, ਤਾਂ ਕੰਮ ਕੀ ਹੈ ਪ੍ਰੋਪਰ ਤਰੀਕੇ ਨਾਲ ਹੀ ਹੋਵੇ। एग्जाम्पल की है, इफ़ ए पर्सन इज़ गिविंग रिस्पॉन्सिबिलिटी टू प्रोड्यूस 100 यूनिट इन ए 1 week टाइम बट ही इज़ नॉट गिवन अथॉरिटी टू परचेज द रॉ मटीਰੀਅਲ। ਕਹਿੰਦੇ ਇੱਕ ਪਰਸਨ ਨੂੰ ਰਿਸਪੌਂਸਿਬਿਲਿਟੀ ਦੇ ਦਿੱਤੀ ਕਿ 100 ਯੂਨਿਟ ਬਣਾਓ ਇੱਕ ਹਫ਼ਤੇ ਦੇ ਅੰਦਰ ਬਟ ਉਹਨੂੰ ਅਥੋਰਿਟੀ ਨਹੀਂ ਦਿੱਤੀ ਗਈ ਕਿ ਰॉ ਮਟੀਰੀਅਲ ਉਹ ਪਰਚੇਜ਼ ਕਰ ਸਕਦਾ।
ठीक है। इफ़ देयर इज़ नो रॉ मटेरियल अवेलेबल इन द स्टोर रूम, एज a result he could not complete the target of producing 100 unit on time. The worker cannot be blamed for not completing on time, because he was given only the responsibility and not the matching authority to carry on the work. Assess the responsibility with less authority result in non completion of a job. ਹੁਣ ਤੁਹਾਨੂੰ ਪਤਾ ਲੱਗ ਗਿਆ ਇੱਕ ਬੰਦੇ ਨੂੰ 100 ਯੂਨਿਟ ਬਣਾਉਣ ਨੂੰ ਕਿਹਾ ਸੀ, ਪਰ ਉਹਨੂੰ ਰੋ ਮਟੀਰੀਅਲ ਖਰੀਦਣ ਦੀ ਇਜਾਜ਼ਤ ਨਹੀਂ ਹੈਗੀ ਸੀ, ਜਿਸ ਵਜ੍ਹਾ ਨਾਲ ਕੀ ਹੋਇਆ, ਰੋ ਮਟੀਰੀਅਲ ਘੱਟ ਹੋ ਸਟੋਰ ਰੂਮ 'ਚ ਅਵੇਲੇਬਲ ਨਾ ਹੋਣ ਕਰਕੇ ਉਹ ਆਪਣਾ ਕੰਮ ਟਾਈਮ 'ਤੇ ਪੂਰਾ ਨਹੀਂ ਕਰ ਪਾਇਆ, ਜਿਸ ਵਜ੍ਹਾ ਨਾਲ ਕੀ ਆ ਉਹਦਾ ਕੰਮ ਅਧੂਰਾ ਹੋ ਗਿਆ। ਫਿਰ ਉਹ ਇਹਦੇ ਵਿੱਚ ਇਹ ਇਲਜ਼ਾਮ ਨਹੀਂ ਲਗਾ ਸਕਦੇ ਹਾਂ ਬਈ ਵੀ ਤੂੰ ਆਪਦਾ ਕੰਮ ਟਾਈਮ 'ਤੇ ਕਿਉਂ ਨਹੀਂ ਪੂਰਾ ਕੀਤਾ, ਜਦੋਂ ਉਹਦੇ ਕੋਲ ਰੋ ਮਟੀਰੀਅਲ ਇਹ ਵੀ ਅਵੇਲੇਬਲ ਨਹੀਂ ਹੈਗਾ ਸੀਗਾ, ਤਾਂ ਆਪਦਾ ਟਾਈਮ 'ਤੇ ਕੰਮ ਕਿਵੇਂ ਪੂਰਾ ਕਰੂਗਾ। ਠੀਕ ਹੈ, ਤਾਂ ਅੱਗੇ ਆ ਜਾਂਦਾ ਪੋਜ਼ੀਟਿਵ ਇਫੈਕਟ ਆਫ ਦਿਸ ਪ੍ਰਿੰਸੀਪਲ, ਨੋ ਮਿਸਯੂਜ਼ ਆਫ ਅਥੋਰਟੀ। ਪੋਜ਼ੀਟਿਵ ਇਫੈਕਟ ਪੈਂਦੇ ਨੇ ਇਹਦੇ ਵਿੱਚ ਇਸ ਪ੍ਰਿੰਸੀਪਲ ਨੂੰ ਯੂਜ਼ ਕਰਕੇ ਕਿ ਮਿਸਯੂਜ਼ ਨਹੀਂ ਹੋ ਪਾਉਂਦੀ ਅਥੋਰਟੀ, ਅਤੇ ਆਪਣਾ ਕੀ ਹੁੰਦਾ ਕੰਮ ਚੱਲਦਾ ਰਹਿੰਦਾ, ਰਿਸਪੋਂਸੀਬਿਲਿਟੀ ਵੀ ਪੂਰੀ ਹੁੰਦੀ ਹੈ ਟਾਈਮ 'ਤੇ। ਠੀਕ ਹੈ, ਫਿਰ ਵਾਇਲੇਟ ਕੀ ਹੁੰਦਾ ਹੈ ਪ੍ਰਿੰਸੀਪਲ ਨੂੰ, ਕਹਿੰਦੇ ਜੇਕਰ ਆਪਾਂ ਨਹੀਂ ਅਪਣਾਉਂਦੇ ਤਾਂ ਕੰਮ ਡਿਲੇ ਹੋ ਜਾਂਦਾ, ਜੇਕਰ ਇਹ ਪ੍ਰਿੰਸੀਪਲ ਨਹੀਂ ਅਪਣਾਉਂਦੇ ਤਾਂ ਠੀਕ ਹੈ ਲੈਸ ਮਿਸਯੂਜ਼ ਹੁੰਦਾ ਅਥੋਰਟੀ, ਠੀਕ ਹੈ ਓਵਰਬਰਡਨ ਹੋ ਜਾਂਦਾ, ਜਦੋਂ ਬਹੁਤ ਜ਼ਿਆਦਾ ਰਿਸਪੋਂਸੀਬਿਲਿਟੀ ਹੋ ਜਾਏ ਤਾਂ ਓਵਰਬਰਡਨ ਹੋ ਜਾਂਦਾ, ਅਗਰ ਅਥੋਰਟੀ ਜ਼ਿਆਦਾ ਹੋ ਜਾਏ ਤਾਂ ਉਹਦਾ ਮਿਸਯੂਜ਼ ਵੀ ਹੋ ਸਕਦਾ, ਕੰਮ ਡਿਲੇ ਹੋ ਜਾਂਦਾ। ਤਾਂ ਇਸ ਚੀਜ਼ਾਂ ਇਹ ਜਦੋਂ ਆਪਾਂ ਪ੍ਰਿੰਸੀਪਲ ਨਹੀਂ ਕਰਦੇ ਤਾਂ ਇਹ ਵਾਇਲੇਟ ਵਾਲੇ ਪੁਆਇੰਟ ਆ ਜਾਂਦੇ ਨੇ, ਜਿਸ ਨਾਲ ਆਪਾਂ ਨੂੰ ਇਫੈਕਟ ਪੈਂਦਾ। ਤਾਂ ਤੁਹਾਨੂੰ ਆਈ ਹੋਪ ਸਾਰਾ ਕਲੀਅਰ ਹੋ ਗਿਆ ਹੋਣਾ। ਦੇਖੋ ਇਹਦੇ ਨਾਲ ਦੀ ਜਿਵੇਂ ਕੇਸ ਸਟੱਡੀ ਹੈ, ਕਿਸ ਤੇ ਟਾਈਪ ਦੇ ਕੁਐਸਚਨ ਆ ਸਕਦੇ ਨੇ। A manager should have to right to punish a subordinate for willfully not obeying a legitimate order, but only after sufficient opportunity has been given to his her case. ਹੁਣ ਕਹਿੰਦੇ ਇੱਕ ਮੈਨੇਜਰ ਨੂੰ ਰਾਈਟ ਹੈ ਟੂ ਪਨਿਸ਼ ਕਰ ਸਕਦਾ ਹੈ ਸਬੋਰਡੀਨੇਟ ਨੂੰ, ਠੀਕ ਹੈ, ਅਤੇ ਇਹਦੇ ਵਿੱਚ ਜਿਹੜਾ ਪ੍ਰਿੰਸੀਪਲ ਅਵੇਲੇਬਲ ਹੋ ਜਾਂਦਾ, ਠੀਕ ਹੈ, ਇਹ 'ਚ ਪ੍ਰਿੰਸੀਪਲ ਕੀ ਹੁੰਦਾ ਅਥੋਰਟੀ ਰਿਸਪੋਂਸੀਬਿਲਿਟੀ ਵਾਲਾ। The salesman of ABC Limited could not achieve the sale target of 100 unit. On inquiry, I find he was not allowed to take decision to give discount credit on customer. ਤਾਂ ਕਿਹੜਾ ਪ੍ਰਿੰਸੀਪਲ ਵਾਇਲੇਟ ਕਰ ਰਿਹਾ ਅਥੋਰਟੀ ਰਿਸਪੋਂਸੀਬਿਲਿਟੀ, ਕਿਉਂ? ਕਿਉਂਕਿ ਇਹਦੇ ਵਿੱਚ ਉਹ ਟਾਰਗੇਟ ਤਾਂ ਦੇਤਾ, ਬਟ ਉਹਨੂੰ ਕੋਈ ਅਥੋਰਟੀ ਨਹੀਂ ਦਿੱਤੀ ਕਿ ਹਾਂ ਬਈ ਤੁਸੀਂ ਡਿਸਕਾਊਂਟ ਦੇ ਸਕਦੇ ਹੋ, ਕ੍ਰੈਡਿਟ ਦੇ ਸਕਦੇ ਹੋ, ਤਾਂਹੀਓ ਅਗਲਾ ਬੰਦਾ ਸੇਲ ਕਰੇਗਾ ਜਦੋਂ ਕੁਛ ਹੋਰ ਬਸ ਸੇਲ ਕਰਨੀ ਆ, ਬਾਕੀ ਹੋਰ ਤੁਹਾਡੇ ਕੋਲ ਕੋਈ ਵੀ ਅਥੋਰਟੀ ਨਹੀਂ ਹੈਗੀ। ਤਾਂ ਇਹ ਚੀਜ਼ਾਂ ਵਾਇਲੇਟ ਕਿਹਨੂੰ ਕਰਦੀਆਂ ਨੇ, ਅਥੋਰਟੀ ਐਂਡ ਰਿਸਪੋਂਸੀਬਿਲਿਟੀ ਵਾਲੇ ਪੁਆਇੰਟ ਨੂੰ। ਤਾਂ ਤੁਹਾਨੂੰ ਕਲੀਅਰ ਹੋ ਗਿਆ ਹੋਣਾ। ਅੱਗੇ ਦੇਖੋ ਸਟੂਡੈਂਟਸ, ਅੱਗੇ ਕਹਿੰਦੇ ਡਿਸਿਪਲਿਨ ਵਾਲਾ ਪੁਆਇੰਟ ਕੀ ਆ, ਕਹਿੰਦੇ ਡਿਸਿਪਲਿਨ ਰੈਫਰ ਟੂ ਕਹਿੰਦੇ ਫੋਲੋਇੰਗ ਕੋਡ ਆਫ ਕੰਡਕਟ ਰੂਲ ਰੈਗੂਲੇਸ਼ਨ ਆਫ EMPLOYEE ਐਗਰੀਮੈਂਟ। ਠੀਕ ਹੈ, ਡਿਸਿਪਲਿਨ ਕੀ ਹੁੰਦਾ ਹੈ, ਕੋਈ ਵੀ ਕੰਮ ਨੂੰ ਸਿਸਟਮੈਟਿਕ ਡਿਸਿਪਲਿਨ ਦੇ ਰੂਲ ਐਂਡ ਰੈਗੂਲੇਸ਼ਨ ਨੂੰ ਫੋਲੋ ਕਰਕੇ ਕਰਨਾ ਹੁੰਦਾ। ਕਹਿੰਦੇ ਡਿਸਿਪਲਿਨ 'ਚ ਕੀ ਆਉਂਦਾ, ਕੋਡ ਆਫ ਕੰਡਕਟ ਆ ਜਾਂਦੇ ਨੇ, ਰੂਲ ਐਂਡ ਰੈਗੂਲੇਸ਼ਨ ਸਾਰੇ ਆਉਂਦੇ, ਗੁੱਡ ਸੁਪੀਰੀਅਰ ਐਟ ਆਲ ਲੈਵਲ ਹੁੰਦਾ, ਕਲੀਅਰ ਐਂਡ ਫੇਅਰ ਐਗਰੀਮੈਂਟ ਹੁੰਦਾ, ਸਬੋਰਡੀਨੇਟ ਸੁਪੀਰੀਅਰ ਸਬੋਰਡੀਨੇਟ ਦਾ ਮੀਟਿੰਗ ਕਮਿਟਮੈਂਟ ਲੈਵਲ ਹੁੰਦੀ ਹੈ ਸਾਰੀ ਜਗ੍ਹਾ 'ਤੇ। ਕੀ ਹੁੰਦਾ, ਜੁਡੀਸ਼ੀਅਸ ਐਪਲੀਕੇਸ਼ਨ ਆਫ ਪੈਨਲਟੀ ਹੁੰਦੀ ਹੈ। ਠੀਕ ਹੈ, ਫਿਓਲ ਇੰਸਿਸਟ ਦੈਟ ਡਿਸਿਪਲਿਨ ਇਜ਼ ਰਿਕੁਆਇਰਡ ਐਟ ਸੁਪੀਰੀਅਰ ਐਜ਼ ਵੈਲ ਐਜ਼ ਸਬੋਰਡੀਨੇਟ ਲੈਵਲ। Disciplinary rules shall not be applicable only on subordinate, but discipline require good superior at every level. Clean and fair agreement between superior subordinate, ठीक है, and judicious application of penalty। ਸਿੰਪਲ ਜੀ ਗੱਲ ਹੈ, ਫਿਓਲ ਨੇ ਕਿਹਾ ਕਿ ਜਿਹੜਾ ਸੁਪੀਰੀਅਰ ਸਬੋਰਡੀਨੇਟ ਠੀਕ ਹੈ ਲੈਵਲ ਹੈ ਉਹ ਹਮੇਸ਼ਾ ਡਿਸਿਪਲਿਨ ਬਹੁਤ ਜ਼ਰੂਰੀ ਹੈ ਇਹਦੇ ਅੰਦਰ। ਠੀਕ ਹੈ, ਇਹ ਡਿਸਿਪਲਿਨ ਦੇ ਕਾਰਨ ਹੀ ਆਪਾਂ ਕੋਈ ਵੀ ਕੰਮ ਪੂਰਾ ਕਰ ਸਕਦੇ ਹਾਂ, ਆਪਣੀ ਕਮਿਟਮੈਂਟ ਪੂਰਾ ਕਰ ਸਕਦੇ ਹਾਂ, ਕਲੀਨ ਫੇਅਰ ਕੰਮ ਹੁੰਦਾ। ਠੀਕ ਹੈ, ਸੁਪੀਰੀਅਰ ਸਬੋਰਡੀਨੇਟ ਦਾ ਜਿਹੜਾ ਕੀ ਹੈ ਆਪਸ 'ਚ ਸਿਸਟਮ ਬਣਿਆ ਰਹਿੰਦਾ। ਤਾਂ ਇਹ ਸਾਰਾ ਕੁਛ ਡਿਸਿਪਲਿਨ ਦੇ ਕਾਰਨ ਹੀ ਪੋਸੀਬਲ ਹੋ ਸਕਦਾ। ਕਹਿੰਦੇ
The employee must honor their commitment toward the organization by working effectively, efficiently. On the other hand, superior must also meet their commitment by meeting their promise of increment, promotion, wages, revision. ਤਾਂ ਇਹ ਸਾਰੀਆਂ ਚੀਜ਼ਾਂ ਇਹਦੇ ਅੰਦਰ ਆ ਜਾਂਦੀਆਂ। ਹੁਣ ਪੋਜ਼ੀਟਿਵ ਇਫੈਕਟ ਕੀ ਪੈਂਦੇ ਨੇ ਇਹਦੇ ਵਿੱਚ, ਸਿਸਟਮੈਟਿਕ ਵਰਕ ਹੁੰਦਾ, ਠੀਕ ਹੈ, ਇੰਪਰੂਵ ਐਫੀਸ਼ੀਐਂਟ ਹੁੰਦੀ ਹੈ। ਜੇਕਰ ਇਹ ਪੁਆਇੰਟ ਨਹੀਂ ਲਗਾਉਂਦੇ ਤਾਂ ਡਿਸਆਰਡਰ ਪੁਆਇੰਟ ਹੈ, ਕਨਫਿਊਜ਼ਨ ਆਏਗਾ, ਵੇਸਟੇਜ ਆਏਗੀ, ਡਿਲੇ ਹੋਏਗਾ ਕੰਮ, ਰੂਲ ਐਂਡ ਰੈਗੂਲੇਸ਼ਨ ਕੀ ਹੋਣਗੇ, ਇਹਦੇ ਵਿੱਚ ਐਬਸੈਂਸ ਹੋਣਗੇ, ਤਾਂ ਇਹ ਨੁਕਸਾਨ ਵੀ ਹੈ। ਤਾਂ ਤੁਹਾਨੂੰ ਕਲੀਅਰ ਹੋ ਗਿਆ ਹੋਣਾ। ਦੇਖੋ ਸਟੂਡੈਂਟਸ, ਇਹਦੇ ਨਾਲ ਰਿਲੇਟਡ ਕੇਸ ਸਟੱਡੀ ਦੇ ਰੱਖੀ ਹੈ। Voltec Limited, India Limited is manufacture LED bulbs to save electricity and running under heavy losses. To revive from the losses, the management thought of shifting the unit to a backward area where labor is available at low cost. ਹੁਣ ਦੇਖੋ ਇੱਥੇ ਤੱਕ ਕੀ ਗਿਆ, ਕਹਿੰਦੇ ਇੱਕ ਵੋਲਟੈਕ ਲਿਮਟਿਡ ਕੰਪਨੀ ਸੀ, ਉਹ ਕੀ ਮੈਨੂਫੈਕਚਰ ਕਰਦੀ ਸੀ LED, ਠੀਕ ਹੈ, ਸੇਵ ਇਲੈਕਟ੍ਰੀਸਿਟੀ, ਰਨਿੰਗ ਹੈਵੀ ਉਹਨਾਂ ਨੂੰ ਹੈਵੀ ਲੋਸ ਜਿਹੜਾ ਹੁੰਦਾ ਸੀਗਾ ਉਸ ਦੇ ਅਕੋਰਡਿੰਗ ਉਹਨਾਂ ਨੂੰ ਹੈਵੀ ਲੋਸ ਹੋ ਰਿਹਾ ਸੀਗਾ। ਅਤੇ ਉਹਨਾਂ ਰਿਵਾਈਵ ਕਰਨ ਲਈ ਤਾਂ ਉਹਨਾਂ ਨੇ ਕੀ ਕੀਤਾ, ਇੱਥੇ ਸ਼ਿਫਟਿੰਗ ਦਾ ਯੂਨਿਟ ਟੂ ਏ ਬੈਕਵਰਡ ਏਰੀਆ ਵੇਅਰ ਲੇਬਰ ਇਜ਼ ਅਵੇਲੇਬਲ ਐਟ ਲੋ ਕੋਸਟ। ਫਿਰ ਉਹਨਾਂ ਨੇ ਲੋ ਕੋਸਟ ਦੀ ਲੇਬਰ ਉਹਨੂੰ ਮਿਲ ਗਈ। ਤਾਂ ਮੈਨੇਜਮੈਂਟ ਆਲਸੋ ਆਸਕ ਵਰਕਰ ਟੂ ਵਰਕ ਓਵਰ ਟਾਈਮ ਵਿਦਾਊਟ ਐਨੀ ਐਡੀਸ਼ਨਲ ਪੇਮੈਂਟ ਐਂਡ ਪ੍ਰੋਮਿਸ ਟੂ ਇਨਕਰੀਜ਼ ਦਾ ਵੇਜਸ ਆਫ ਵਰਕਰ। ਉਹਨਾਂ ਨੂੰ ਕੰਮ ਕਰਨ ਲਈ ਕਿਹਾ ਗਿਆ ਕਿ ਤੁਸੀਂ ਕੰਮ ਓਵਰ ਟਾਈਮ ਕਰੋ ਪਰ ਐਡੀਸ਼ਨਲ ਪੇਮੈਂਟ ਨਹੀਂ ਮਿਲੇਗੀ, ਠੀਕ ਹੈ। ਵਿਦ ਇਨ ਸ਼ੋਰਟ ਪੀਰੀਅਡ ਦਾ ਕੰਪਨੀ ਸਟਾਰਟਡ ਅਰਨਿੰਗ ਪ੍ਰੋਫਿਟ ਬਿਕੋਜ਼ ਬੋਥ ਦਾ ਮੈਨੇਜਮੈਂਟ ਐਂਡ ਵਰਕਰ ਹੋਨਰਡ ਦੇਅਰ ਕਮਿਟਮੈਂਟ। ਫਿਰ ਉਹਨਾਂ ਨੂੰ ਪ੍ਰੋਫਿਟ ਹੋਣਾ ਚਾਲੂ ਕੀਤਾ, ਠੀਕ ਹੈ। ਤਾਂ ਇਹ ਵਾਲਾ ਪੁਆਇੰਟ ਕੀ ਹੈ, ਡਿਸਿਪਲਿਨ। ਹੁਣ ਕਿਵੇਂ ਡਿਸਿਪਲਿਨ ਹੋਇਆ, ਕਿਉਂਕਿ ਉਹ ਕੰਪਨੀ ਬਹੁਤ ਜ਼ਿਆਦਾ ਹੈਵੀ ਲੋਸਿਸ 'ਚ ਚੱਲ ਰਹੀ ਸੀ। ਉਹਨੇ ਲੇਬਰ ਨੂੰ ਕਿਹਾ ਕਿ ਵੀ ਆਪਾਂ ਜਿਹੜਾ ਕੰਮ ਹੈ ਤੁਹਾਡੀ ਜਿਹੜੀ ਲੇਬਰ ਆ ਉਹ ਥੋੜ੍ਹੀ ਘਟਾਉਣੀ ਪਏਗੀ, ਜਿਸ ਵਜ੍ਹਾ ਨਾਲ ਲੋ ਕੋਸਟ 'ਤੇ ਤੁਸੀਂ ਲੇਬਰ ਰੱਖੋ ਅਤੇ ਤੁਹਾਨੂੰ ਓਵਰ ਟਾਈਮ ਲਗਾਓ, ਐਡੀਸ਼ਨਲ ਪੇਮੈਂਟ ਨਹੀਂ ਮਿਲੇਗੀ। ਤਾਂ ਫਿਰ ਹੌਲੀ ਹੌਲੀ ਕਰਕੇ ਉਹ ਕੰਪਨੀ ਨੇ ਪ੍ਰੋਫਿਟ ਕਮਾਉਣਾ ਚਾਲੂ ਕੀਤਾ। ਤਾਂ ਹੁਣ ਕੰਪਨੀ ਵਧੀਆ ਸਟੈਂਡ ਹੋ ਗਈ। ਤਾਂ ਉਹ ਜਿਹੜਾ ਡਿਸਿਪਲਿਨ ਬਣਿਆ ਹੋਇਆ ਸੀ, ਇਹ ਪੂਰੀ ਜਿਹੜੀ ਕੇਸ ਸਟੱਡੀ ਹੈ, ਰੂਲ ਐਂਡ ਰੈਗੂਲੇਸ਼ਨ ਨੂੰ ਫੋਲੋ ਕਰਨਾ ਸਾਰਾ, ਤਾਂ ਉਹ ਸਾਰਾ ਕਿਹਦੇ ਵਿੱਚ ਆ ਜਾਂਦਾ, ਡਿਸਿਪਲਿਨ ਵਾਲਾ ਪੁਆਇੰਟ ਆ ਜਾਂਦਾ। ਤਾਂ ਇਹ ਪ੍ਰਿੰਸੀਪਲ ਡਿਸਿਪਲਿਨ 'ਚ ਆਉਂਦਾ। ਅੱਗੇ ਦੇਖੋ ਸਟੂਡੈਂਟਸ, and the unity of command. According to this principle, an employee should receive order from one boss superior and should be accountable to one superior only, because if he is receiving order from more than one boss, then he will get confused and will not be able to understand that whose order must be executed first. ਹੁਣ ਮੇਰੀ ਗੱਲ ਧਿਆਨ ਨਾਲ ਸੁਣੋ, ਕਹਿੰਦੇ ਯੂਨਿਟੀ ਆਫ ਕਮਾਂਡ। ਯੂਨਿਟੀ ਆਫ ਕਮਾਂਡ ਕੀ ਹੁੰਦਾ, ਐਂਡ ਇਹ ਵੀ ਪ੍ਰਿੰਸੀਪਲ ਦੱਸਿਆ, ਕਹਿੰਦੇ ਜੇ ਇੱਕ ਬੰਦੇ ਦੇ ਅੰਡਰ ਜੇ ਉਹਨੂੰ ਪਤਾ ਹੋਣਾ ਚਾਹੀਦਾ ਉਹਦਾ ਬੋਸ ਕੌਣ ਹੈ, ਅਤੇ ਆਪਣਾ ਸੁਪੀਰੀਅਰ ਨੂੰ ਵੀ ਪਤਾ ਹੋਣਾ ਚਾਹੀਦਾ ਕਿ ਉਹਦੇ ਸਬੋਰਡੀਨੇਟ ਕੌਣ ਹੈ। ਤਾਂ ਜਿਹੜੇ ਸਬੋਰਡੀਨੇਟ ਹੁੰਦੇ ਨੇਗੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਉਹ ਕਿਹਨੂੰ ਰਿਪੋਰਟ ਕਰਨਗੇ। ਅਗਰ ਉਹ ਇੱਕ ਤੋਂ ਜ਼ਿਆਦਾ ਬੋਸ ਹੋਣਗੇ ਉਹਦੇ, ਤਾਂ ਉਹ ਕਨਫਿਊਜ਼ ਹੋ ਜਾਏਗਾ ਕਿ ਕਿਹੜੇ ਬੰਦੇ ਨੂੰ ਮੈਂ ਰਿਪੋਰਟ ਕਰਾਂ, ਕਿਉਂਕਿ ਹਰੇਕ ਬੋਸ ਦੀ ਅਲੱਗ-ਅਲੱਗ ਥਿੰਕਿੰਗ ਹੋਏਗੀ। ਤਾਂ ਉਹ ਬੋਸ ਕਹੇਗਾ ਕਿ ਇਹ ਕੰਮ ਕਰੋ, ਬਸ ਉਹ ਕਹੇਗਾ ਉਹ ਕੰਮ ਕਰੋ, ਜਿਸ ਵਜ੍ਹਾ ਨਾਲ ਦੋਨਾਂ ਦੀ ਆਪਸ 'ਚ ਨਹੀਂ ਮਿਲੇਗੀ। ਤਾਂ ਉਹ ਕਨਫਿਊਜ਼ ਹੋ ਜਾਏਗਾ ਕਿ ਮੈਂ ਕਿਸ ਤਰ੍ਹਾਂ ਦੇ ਮੁਤਾਬਿਕ ਕੰਮ ਕਰਾਂ। ਤਾਂ ਇਸ ਲਈ ਇੱਕ ਉਹਦੇ ਅੰਡਰ ਇੱਕੋ ਹੀ ਬੋਸ ਹੋਣਾ ਚਾਹੀਦਾ, ਤਾਂ ਜੋ ਉਹਨੂੰ ਪਤਾ ਹੋਣਾ ਚਾਹੀਦਾ ਕਿ ਮੈਂ ਇਸ ਬੰਦੇ ਨੂੰ ਰਿਪੋਰਟ ਕਰਨੀ ਆ, ਤਾਂ ਜੋ ਕੰਮ ਅਤੇ ਉਹਦੇ ਵਿੱਚ ਕੋਈ ਕਨਫਿਊਜ਼ਨ ਨਾ ਹੋਵੇ। ਫੋਰ ਐਗਜ਼ਾਮਪਲ, ਇਫ ਇੰਪਲਾਈ ਆਫ ਪ੍ਰੋਡਕਸ਼ਨ department is asked to go slow in production to maintain quality standard by production in charge, and sale in charge instruct the employee to fasten the production to meet a pending order. ਤਾਂ ਹੁਣ ਇਹਨਾਂ ਪ੍ਰੋਡਕਸ਼ਨ ਡਿਪਾਰਟਮੈਂਟ ਨੇ ਆ ਗਿਆ ਅਤੇ ਸੇਲ ਇੰਚਾਰਜ ਨੇ ਆ ਗਿਆ, ਤਾਂ ਜਿਹੜਾ ਇੰਪਲੋਈ ਹੋਊਗਾ ਕਨਫਿਊਜ਼ ਹੋ ਜਾਏਗਾ। ਇਸ ਲਈ ਉਹ ਇਹਨਾਂ ਡਿਪਾਰਟਮੈਂਟ ਦੇ ਵਿੱਚ ਇਹ ਹਰੇਕ ਡਿਪਾਰਟਮੈਂਟ ਦਾ ਇੱਕੋ ਹੀ ਬੋਸ ਹੋਣਾ ਚਾਹੀਦਾ, ਜਿਸ ਵਜ੍ਹਾ ਨਾਲ ਕਿਸੇ ਵੀ ਇੰਪਲੋਈ ਨੂੰ ਕੋਈ ਕਨਫਿਊਜ਼ਨ ਨਾ ਹੋਵੇ। ਤਾਂ ਇਸ ਪ੍ਰਿੰਸੀਪਲ ਨੂੰ ਅਪਣਾ ਕੇ ਕਨਫਿਊਜ਼ਨ ਨਹੀਂ ਹੁੰਦੀ, ਈਗੋ ਨਹੀਂ ਆਉਂਦੀ, ਕਲੈਸ਼ਿਸ ਨਹੀਂ ਹੁੰਦੀਆਂ, ਅਤੇ ਐਫੀਸ਼ੀਐਂਸੀ ਕੀ ਹੁੰਦੀ ਹੈ ਵਰਕਿੰਗ ਦੇ ਵਿੱਚ ਇੰਪਰੂਵ ਹੁੰਦੀ ਹੈ। ਜੇਕਰ ਇਹ ਪ੍ਰਿੰਸੀਪਲ ਨਹੀਂ ਲਗਾਉਂਦੇ, ਕਈ ਵਾਇਲੇਟ ਕਰਦੇ ਆ, ਕਨਫਿਊਜ਼ਨ ਰਹਿੰਦੀ ਹੈ ਹਮੇਸ਼ਾ, ਸਬੋਰਡੀਨੇਟ ਨੂੰ ਪਤਾ ਨਹੀਂ ਹੁੰਦਾ ਕਿ ਉਹ ਕੀ ਕੰਮ ਕਰਨਾ, ਉਹ ਐਕਸਕਿਊਜ਼ਸ ਹੀ ਰਹਿੰਦੀਆਂ ਨੇ, ਈਗੋ ਇਹਦੇ ਵਿੱਚ ਆ ਜਾਂਦੀ ਹੈ ਸੁਪੀਰੀਅਰ ਦੀ, ਠੀਕ ਹੈ। ਡਿਸਿਪਲਿਨ ਇਹਦੇ ਵਿੱਚ ਮੇਨਟੇਨ ਕਰਕੇ ਰੱਖਣਾ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਂਦਾ ਹੈ।
ਤਾਂ ਇਹ ਵਾਲਾ ਪੁਆਇੰਟ ਯੂਨਿਟੀ ਆਫ ਕਮਾਂਡ ਦਾ ਤੁਹਾਨੂੰ ਕਲੀਅਰ ਹੋ ਗਿਆ ਹੋਣਾ। ਅੱਗੇ ਦੇਖੋ ਸਟੂਡੈਂਟਸ, ਇਹਦੇ ਨਾਲ ਦੀ ਕੇਸ ਸਟੱਡੀ। ਕਹਿੰਦੇ ਵਿਜੇ ਵਰਕ ਐਜ਼ ਏ ਪਲਾਂਟ ਸੁਪਰਿਟੈਂਡੈਂਟ ਇਨ ਏ ਸ਼ੂ ਮੈਨੂਫੈਕਚਰਿੰਗ ਕੰਪਨੀ ਡਿਊ to increase in demand. The sale manager insists the worker to foster the production. The production manager asks worker to work overtime instead increasing the speed to maintain the quality of production. The finance manager is strictly against the practice of overtime because it will be increase cost of production. ਤਾਂ ਹੁਣ ਇਹ ਦੇਖੋ ਇੰਨੇ ਤਿੰਨ ਮੈਨੇਜਰ ਅਲੱਗ-ਅਲੱਗ ਕਹਿ ਰਹੇ ਨੇਗੇ, ਤਾਂ ਜਿਸ ਵਜ੍ਹਾ ਨਾਲ ਇੰਪਲੋਈ ਕੀ ਹੋ ਜਾਊਗਾ, ਕਨਫਿਊਜ਼ ਹੋਇਆ ਹੁਣ ਕਿਹੜੇ ਪ੍ਰਿੰਸੀਪਲ ਨੂੰ ਇਹ ਵਾਇਲੇਟ ਕਰ ਰਿਹਾ, ਤਾਂ ਯੂਨਿਟੀ ਆਫ ਕਮਾਂਡ ਇਹਦੇ ਅੰਦਰ ਆ ਜਾਂਦਾ। ਹੁਣ ਤੁਹਾਨੂੰ ਕਲੀਅਰ ਹੋ ਗਿਆ ਨਾ ਯੂਨਿਟੀ ਆਫ ਕਮਾਂਡ। ਅੱਗੇ ਦੇਖੋ ਸਟੂਡੈਂਟਸ, ਤੇ ਯੂਨਿਟੀ ਆਫ ਡਾਇਰੈਕਸ਼ਨ ਕੀ ਹੈ। ਅਕੋਰਡਿੰਗ ਟੂ ਦਾ ਪ੍ਰਿੰਸੀਪਲ 1 ਯੂਨਿਟ ਮੀਨਸ 1 ਪਲਾਨ। ਠੀਕ ਹੈ, ਇੱਕ ਯੂਨਿਟ ਦਾ ਇੱਕ ਪਲਾਨ ਹੋਣਾ ਚਾਹੀਦਾ। ਦੈਟ ਇਜ਼ ਐਫਰਟ ਆਫ ਆਲ ਦਾ ਮੈਨੇਜਰ ਐਮਪਲੋਈ ਆਫ ਆਰਗੇਨਾਈਜੇਸ਼ਨ ਮਸਟ ਬੀ ਡਾਇਰੈਕਟਡ ਟੂਵਰਡ ਵਨ ਡਾਇਰੈਕਸ਼ਨ that is the achievement of common goal. If the principle is applied, it leads to coordinate. Each department and a group having common objective must have one head and one plan only. ਠੀਕ ਹੈ, ਹੁਣ ਇਹਦੇ ਵਿੱਚ ਕੀ ਕਿਹਾ, ਯੂਨਿਟੀ ਆਫ ਡਾਇਰੈਕਸ਼ਨ ਦੇ ਵਿੱਚ ਕਹਿੰਦੇ ਇੱਕ ਯੂਨਿਟ ਦਾ ਇੱਕ ਪਲਾਨ ਹੋਣਾ ਚਾਹੀਦਾ। ਠੀਕ ਹੈ, ਜਿੰਨੇ ਵੀ ਪਰਸਨ ਕੰਮ ਕਰਦੇ ਨੇ ਸਾਰਿਆਂ ਦਾ ਜਿਹੜਾ ਗੋਲ ਹੋਣਾ ਚਾਹੀਦਾ ਉਹ ਕੀ ਹੋਣਾ ਚਾਹੀਦਾ, ਇੱਕ ਕਾਮਨ ਗੋਲ ਹੋਣਾ ਚਾਹੀਦਾ। ਠੀਕ ਹੈ, ਹਰੇਕ ਡਿਪਾਰਟਮੈਂਟ ਦੇ ਵਿੱਚ ਜਿਹੜਾ ਜਿਨ੍ਹਾਂ ਦਾ ਓਬਜੈਕਟਿਵ ਹੁੰਦਾ, ਇੱਕ ਹੈੱਡ ਦਾ ਇੱਕ ਪਲਾਨ ਹੋਣਾ ਚਾਹੀਦਾ। ਠੀਕ ਹੈ, ਐਗਜ਼ਾਮਪਲ ਨਾਲ ਸਮਝਾਉਣਾ, ਇਫ ਐਨ ਆਰਗੇਨਾਈਜੇਸ਼ਨ ਪ੍ਰੋਡਿਊਸਿੰਗ ਡਿਫਰੈਂਟ ਲਾਈਨ ਆਫ ਪ੍ਰੋਡਕਟ। ਹੁਣ ਆਰਗੇਨਾਈਜੇਸ਼ਨ ਦੇ ਵਿੱਚ ਡਿਫਰੈਂਟ ਲਾਈਨ ਆਫ ਪ੍ਰੋਡਕਟ ਬਣ ਰਹੇ ਨੇ, ਕੋਈ ਕੋਸਟਮੈਟਿਕ ਮੈਡੀਸਨ ਬਣਾ ਰਿਹਾ, ਕੋਈ ਕਨਫੈਕਟਰੀ ਆਈਟਮ ਬਣਾ ਰਿਹਾ। ਈਚ ਪ੍ਰੋਡਕਟ ਹੈਜ਼ ਆਊਨ ਮਾਰਕੀਟ ਐਂਡ ਆਊਨ ਬਿਜ਼ਨਸ ਇਨਵਾਇਰਮੈਂਟ। ਹਰੇਕ ਪ੍ਰੋਡਕਟ ਦਾ ਆਪਦੀ ਮਾਰਕੀਟ ਹੁੰਦੀ ਹੈ, ਆਪਦੀ ਇਨਵਾਇਰਮੈਂਟ ਹੈ। Each division must plan its target. Every employee of that division must put his effort toward the achievement of plan of their division under the direction of one head only. On no account should be working different department overlap. ਤਾਂ ਹੁਣ ਦੇਖੋ ਇਹਦੇ ਵਿੱਚ ਜਿਹੜਾ ਕੋਸਟਮੈਟਿਕ ਮੈਡੀਸਨ ਹੈ ਇਹਨਾਂ ਦਾ ਇਹਦਾ ਹੈੱਡ ਅੱਡ ਹੈ, ਇਸ ਲਈ ਇਹਦਾ ਯੂਨਿਟ ਅੱਡ ਹੋਊਗਾ ਤਾਂ ਉਹਦਾ ਪਲਾਨ ਅੱਡ ਹੋਣਾ ਚਾਹੀਦਾ। ਕਨਫੈਕਟਰੀ ਆਈਟਮ ਦਾ ਅੱਡ ਹੋਣਾ ਚਾਹੀਦਾ। ਠੀਕ ਹੈ, ਤਾਂ ਇਹ ਸਾਰੀ ਚੀਜ਼ਾਂ ਕੀ ਨੇਗੀਆਂ, ਇੱਕ ਯੂਨਿਟੀ ਆਫ ਡਾਇਰੈਕਸ਼ਨ ਹੈ। 1 ਯੂਨਿਟ ਮਤਲਬ 1 ਪਲਾਨ। ਠੀਕ ਹੈ, ਇਹਦੇ ਵਿੱਚ ਪੋਜ਼ੀਟਿਵਨੈਸ ਕੀ ਆਉਂਦੀ ਹੈ, ਇਹਦੇ ਵਿੱਚ ਆਉਂਦੀ ਹੈ ਕਿ ਇਹਦੇ ਆਰਗੇਨਾਈਜੇਸ਼ਨ ਦੇ ਗੋਲ ਅਚੀਵ ਹੁੰਦੇ ਨੇਗੇ, ਅਤੇ ਐਫਰਟ ਆਫ ਆਲ ਦਾ ਇੰਪਲੋਈ ਗੈਟ ਯੂਨੀਫਾਈਡ ਟੂਵਰਡਸ ਵਨ ਡਾਇਰੈਕਸ਼ਨ ਓਨਲੀ। ਸਾਰੇ ਦੀ ਜਿਹੜੀ ਡਾਇਰੈਕਸ਼ਨ ਹੋਊਗੀ ਉਹ ਕੀ ਹੋਊਗੀ ਇਹਦੇ ਵਿੱਚ 1 ਹੋਏਗੀ। ਠੀਕ ਹੈ, ਅਤੇ ਇਹਦੇ ਵਿੱਚ ਵਾਇਲੇਟ ਕੀ ਕਰਦਾ, ਵਾਇਲੇਟ ਕਰਦਾ ਲੈਕ ਆਫ ਕੋਆਰਡੀਨੇਸ਼ਨ ਹੁੰਦੀ ਹੈ, ਵੇਸਟੇਜ ਹੁੰਦੀ ਹੈ, ਬਹੁਤ ਸਾਰੀ ਡਿਫੀਕਲਟੀ ਆ ਜਾਂਦੀ ਹੈ ਆਰਗੇਨਾਈਜੇਸ਼ਨ ਦੇ ਗੋਲ ਦੇ ਵਿੱਚ ਅਚੀਵ ਕਰਨ ਵਾਸਤੇ। ਤਾਂ ਹੁਣ ਇਹ ਪ੍ਰਿੰਸੀਪਲ ਤੁਹਾਨੂੰ ਕਲੀਅਰ ਹੋ ਗਿਆ ਹੋਣਾ। ਇਹ ਪ੍ਰਿੰਸੀਪਲ ਬਸ ਇਹ ਕਹਿ ਰਿਹਾ ਕਿ ਇੱਕ ਹੈੱਡ ਦਾ ਇੱਕੋ ਹੀ ਪਲਾਨ ਹੋਣਾ ਚਾਹੀਦਾ, ਬਟ ਸਾਰੇ ਡਿਪਾਰਟਮੈਂਟ ਦਾ ਜਿਹੜਾ ਗੋਲ ਹੈ ਉਹ ਇੱਕ ਹੋਣਾ ਚਾਹੀਦਾ, ਪਰ ਕੰਮ ਜਿਹੜਾ ਹੋਊਗਾ ਉਹ ਹਰ ਡਿਪਾਰਟਮੈਂਟ ਦਾ ਅਲੱਗ-ਅਲੱਗ ਹੋਏਗਾ। ਠੀਕ ਹੈ, ਤਾਂ ਇਹ ਸਾਰੀ ਚੀਜ਼ਾਂ ਆ ਜਾਂਦੀਆਂ ਨੇ ਅੰਦਰ। ਹੁਣ ਯੂਨਿਟੀ ਆਫ ਕਮਾਂਡ ਅਤੇ ਯੂਨਿਟੀ ਆਫ ਡਾਇਰੈਕਸ਼ਨ 'ਚ ਫਰਕ ਕੀ ਆ। ਕਹਿੰਦੇ ਦਾ ਪ੍ਰਿੰਸੀਪਲ ਇੰਸਿਸਟ ਔਨ 1 ਬੋਸ ਔਨ 1 ਸਬੋਰਡੀਨੇਟ। ਇਹ 'ਚ 1 ਬੋਸ 1 ਇਹ 'ਚ ਯੂਨਿਟ ਵਾਈਜ਼ ਹੁੰਦਾ। ਇਹਦੇ ਵਿੱਚ ਮੇਨ ਪਰਪਸ ਕੀ ਹੈ, ਯੂਨਿਟੀ ਆਫ ਕਮਾਂਡ ਦੇ ਵਿੱਚ ਕਨਫਿਊਜ਼ਨ ਅਵੋਇਡ ਕਰਨਾ, ਫਿਕਸ ਅਪ ਰਿਸਪੋਂਸੀਬਿਲਿਟੀ ਦੇਣਾ। ਇਹਦੇ ਵਿੱਚ ਕੀ ਹੈ, ਯੂਨਿਟੀ ਆਫ ਡਾਇਰੈਕਸ਼ਨ 'ਚ ਡਾਇਰੈਕਟ the effort of the employee of one department in achieving the main objective of that department. ਇਹਨਾਂ ਦਾ ਇੱਕ ਡਿਪਾਰਟਮੈਂਟ ਹੁੰਦਾ ਜਿਹਦੇ ਵਿੱਚ ਐਫਰਟ ਇੰਪਲੋਈ ਨੇ ਲਗਾਉਣੀ ਔਰ ਮੇਨ ਓਬਜੈਕਟਿਵ ਹੁੰਦੇ ਨੇ ਇਹਨਾਂ ਦੇ। ਇਹਦੇ ਵਿੱਚ ਕੀ ਹੈ, ਫੰਕਸ਼ਨ ਆਫ ਇੰਪਲੋਈ ਵਿਦ ਕਲੈਰਿਟੀ ਮਾਈਂਡ ਹੁੰਦਾ। ਇਹਦੇ ਵਿੱਚ ਕੀ ਹੁੰਦਾ, ਫੰਕਸ਼ਨ ਆਫ ਆਰਗੇਨਾਈਜੇਸ਼ਨ ਐਜ਼ ਏ ਹੋਲ ਔਰ ਐਜ਼ 1 ਯੂਨਿਟ। ਠੀਕ ਹੈ, ਇਹਨਾਂ ਦਾ ਪ੍ਰਿੰਸੀਪਲ ਸਿਸਟਮੈਟਿਕ ਵਰਕਿੰਗ ਕਰਦਾ, ਇੰਪਰੂਵ ਕਰਦਾ ਐਫੀਸ਼ੀਐਂਸੀ, ਕੋਈ ਕਨਫਿਊਜ਼ਨ ਨਹੀਂ ਹੁੰਦੀ। ਇਹਨਾਂ ਦਾ ਜਿਹੜਾ ਰਿਜ਼ਲਟ ਹੁੰਦਾ ਕੋਆਰਡੀਨੇਸ਼ਨ ਦੇ ਅਕੋਰਡਿੰਗ ਚੱਲਦਾ ਡਿਫਰੈਂਟ ਪਰਸਨਲ ਦੇ ਵਿੱਚ। ਕਲੀਅਰ ਹੈ ਗੱਲ। ਹੁਣ ਅੱਗੇ ਦੇਖੋ ਸਟੂਡੈਂਟਸ, ਇਹਦੇ ਨਾਲ ਰਿਲੇਟਡ ਕੇਸ ਸਟੱਡੀ ਹੈ। ਇਹਦੇ ਹੁਣ ਜਿਵੇਂ ਕੀਵਰਡਸ ਕੀ ਯਾਦ ਕਰਨੇ ਨੇ, 'ਚ 1 ਯੂਨਿਟ 1 ਪਲਾਨ ਹੁੰਦਾ। ਇਹਦੇ ਵਿੱਚ ਐਫਰਟ ਆਫ ਇੰਪਲੋਈ ਡਾਇਰੈਕਟਰ ਟੂਵਰਡਸ 1 ਗੋਲ ਹੋਣਾ ਚਾਹੀਦਾ। ਯੂਨੀਫਿਕੇਸ਼ਨ ਆਫ ਐਫਰਟ ਟੂਵਰਡ 1 ਡਾਇਰੈਕਸ਼ਨ ਹੋਣੀ ਚਾਹੀਦੀ ਹੈ। ਵੇਸ ਆਫ ਕੋਆਰਡੀਨੇਸ਼ਨ ਕੰਸੈਪਟ ਹੋਣਾ ਚਾਹੀਦਾ।
ਤੇ ਜਿਵੇਂ ਮੰਨ ਲਓ ਉਹੀ ਕੇਸ ਸਟੱਡੀ ਦੇ ਵਿੱਚ ਇੱਕ ਹਰੇਕ ਡਿਪਾਰਟਮੈਂਟ ਅੱਡ ਅੱਡ ਨੇਗੇ, ਹਰੇਕ ਡਿਪਾਰਟਮੈਂਟ ਦੇ ਵਿੱਚ 1 ਯੂਨਿਟ ਦਾ 1 ਪਲਾਨ ਹੋਣਾ ਚਾਹੀਦਾ, ਠੀਕ ਹੈ, ਇਹ ਤਾਂ ਪਤਾ ਹੈ। ਪਰ ਸਾਰੇ ਡਿਪਾਰਟਮੈਂਟ ਨੂੰ ਪਰ ਮਿਲ ਕੇ ਕੰਮ ਕਰਨਾ ਚਾਹੀਦਾ, ਇਹ ਕੋਆਰਡੀਨੇਸ਼ਨ ਹੋਣੀ ਚਾਹੀਦੀ ਹੈ, ਤਾਂ ਜੋ ਉਹਨਾਂ ਨੂੰ ਬਾਅਦ 'ਚ ਪਤਾ ਹੋਵੇ ਕਿ ਉਹਨਾਂ ਦਾ ਜਿਹੜਾ ਗੋਲ ਹੈ ਮੇਨਲੀ ਤਾਂ ਉਹ ਤਾਂ ਇੱਕੋ ਹੀ ਆ ਨਾ, ਗੋਲ ਅੱਡ ਅੱਡ ਨਹੀਂ ਹੈਗੇ। ਤਾਂ ਇਹ ਸਾਨੂੰ ਇਹ ਕਲੀਅਰ ਹੋ ਗਿਆ ਹੋਣਾ। Suraj was engaged in the business of carpet making since company was making handmade carpet as well as machine made carpet. There were a lot of overlapping of activities, so that the production manager advised that should be 2 separate division for both of them, wherein each division should have its own in charge plan and execution। ਤਾਂ ਕਿਹੜਾ ਪ੍ਰਿੰਸੀਪਲ ਦੱਸ ਰਿਹਾ ਇਹਨੂੰ, ਯੂਨਿਟੀ ਆਫ ਡਾਇਰੈਕਸ਼ਨ। ਹੁਣ ਉਹਨੇ ਤੁਹਾਨੂੰ ਪਤਾ ਹੈ ਹੁਣ ਉਹਦੇ ਵਿੱਚ ਪ੍ਰੋਡਕਟ ਅਲੱਗ-ਅਲੱਗ ਬਣਦੇ ਸੀਗੇ, ਤਾਂ ਹੁਣ ਉਹ ਮਿਕਸਅਪ ਹੋ ਜਾਂਦਾ ਸੀ, ਜਿਸ ਵਜ੍ਹਾ ਨਾਲ ਪਤਾ ਨਹੀਂ ਲੱਗਦਾ ਸੀ। ਉਹਨੇ ਕਿਹਾ ਕਿ ਤੁਸੀਂ ਇਹਨੂੰ ਅੱਡ-ਅੱਡ ਕਰ ਲਓ, ਸੈਪਰੇਟ ਕਰ ਲਓ, ਹਰੇਕ ਡਿਪਾਰਟਮੈਂਟ ਦੇ ਦਾ ਅਲੱਗ ਇੰਚਾਰਜ ਕਰ ਦਿਓ, ਅਲੱਗ ਪਲਾਨ ਕਰ ਦਿਓ, ਅਲੱਗ ਐਗਜ਼ੀਕਿਊਸ਼ਨ ਕਰ ਦਿਓ, ਤਾਂ ਜੋ ਤੁਹਾਨੂੰ ਕੋਈ ਕਨਫਿਊਜ਼ਨ ਨਾ ਰਹੇਗੀ। ਇਹ ਤੁਹਾਨੂੰ ਕਲੀਅਰ ਹੋ ਗਿਆ ਹੁਣ। ਅੱਗੇ ਦੇਖੋ ਸਟੂਡੈਂਟਸ, ਸਬੋਰਡੀਨੇਸ਼ਨ ਆਫ ਇੰਡੀਵਿਜੂਅਲ ਇੰਟਰਸਟ ਟੂ ਜਰਨਲ ਇੰਟਰਸਟ। According to this principle, the interest of an organization must supersede the interest of individual or employees. In the organization, all the employees are working with some objective, and there is always an objective of organization. If the objective of individuals are in the same direction of organization, then there is no problem. But if the objective of both the groups in different direction, then the manager must try to reconcile individual interest and organization goal, and if it is not possible, then our individual goal must be sacrificed for achieving organization goal। ਹੁਣ ਦੇਖੋ ਆ ਸਿੰਪਲ ਜੀ ਗੱਲ ਹੈ, ਜਿਹੜਾ ਸਬੋਰਡੀਨੇਟ ਦਾ ਹੁਣ ਸਬੋਰਡੀਨੇਟ ਦੇ ਖੁਦ ਦੇ ਇੰਡੀਵਿਜੂਅਲ ਇੰਟਰਸਟ ਵੀ ਹੁੰਦੇ ਨੇਗੇ। ਹੁਣ ਇੱਕ ਔਰਗਨਾਈਜੇਸ਼ਨ ਆਪਣੇ ਗੋਲ ਤਾਂਹੀਓ ਅਚੀਵ ਕਰ ਪਾਏਗੀ ਅਗਰ ਸਾਰੇ ਬੰਦੇ ਮਿਲ ਕੇ ਚੱਲਣਗੇ। ਇਕੱਲਾ ਬੰਦਾ ਤਾਂ ਕੋਈ ਆਪਣਾ ਔਰਗਨਾਈਜੇਸ਼ਨ ਦੇ ਗੋਲ ਅਚੀਵ ਨਹੀਂ ਕਰ ਸਕਦਾ, ਸਾਰਿਆਂ ਨੂੰ ਮਿਲ ਕੇ ਕੰਮ ਕਰਨ ਨਾਲ ਹੀ ਔਰਗਨਾਈਜੇਸ਼ਨ ਦੇ ਗੋਲ ਅਚੀਵ ਕਰ ਪਾਵਾਂਗੇ, ਠੀਕ ਹੈ। ਜੇਕਰ ਹਰੇਕ ਬੰਦਾ ਇਹ ਸੋਚੋ ਆਪਦੇ ਬਾਰੇ ਹੀ ਸੋਚਦਾ ਰਹੂਗਾ ਕਿ ਹਾਂ ਵੀ ਮੇਰਾ ਫਾਇਦਾ ਕੀ ਹੋ ਰਿਹਾ, ਮੈਂ ਨੁਕਸਾਨ ਕੀ, ਔਰਗਨਾਈਜੇਸ਼ਨ ਦੇ ਗੋਲ ਬਾਰੇ ਨਹੀਂ ਸੋਚੂਗਾ, ਤਾਂ ਫਿਰ ਕੀ ਹੋਏਗਾ, ਔਰਗਨਾਈਜੇਸ਼ਨ ਦੇ ਗੋਲ ਕਦੇ ਵੀ ਅਚੀਵ ਨਹੀਂ ਹੋਣੇ ਚਾਹੀਦੇ। ਤਾਂ ਮੈਨੇਜਰ ਨੂੰ ਇਹ ਚਾਹੀਦਾ ਕਿ ਉਹ ਸਾਰੇ ਜਿਹੜੇ ਵੀ ਇੰਡੀਵਿਜੂਅਲ ਇੰਟਰਸਟ ਨੇਗੇ ਉਹਨੂੰ ਇਸ ਹਿਸਾਬ ਨਾਲ ਬਣਾ ਦੇ ਕਿ ਉਹਨਾਂ ਤਾਂ ਜੋ ਉਹਨਾਂ ਦੇ ਔਰਗਨਾਈਜੇਸ਼ਨ ਦੇ ਗੋਲ ਦੇ ਉੱਤੇ ਕੋਈ ਇਫੈਕਟ ਨਾ ਪਵੇ। ਤਾਂ ਇਸ ਨਾਲ ਉਹਨੂੰ ਇਸ ਹਿਸਾਬ ਨਾਲ ਕੰਡੀਸ਼ਨ ਇਸ ਹਿਸਾਬ ਨਾਲ ਸਿਚੁਏਸ਼ਨ ਕ੍ਰੀਏਟ ਕਰਨੀ ਚਾਹੀਦੀ ਹੈ, ਤਾਂ ਜੋ ਇੱਕ ਇੰਪਲੋਈ ਹੈ ਉਹ ਆਪਣੇ ਇੰਡੀਵਿਜੂਅਲ ਇੰਟਰਸਟ ਦੇ ਅਕੋਰਡਿੰਗ ਨਾ ਕੰਮ ਕਰੇ, ਔਰਗਨਾਈਜੇਸ਼ਨ ਦੇ ਗੋਲ ਦੇ ਅਕੋਰਡਿੰਗ ਕੰਮ ਕਰੇ। ਇੰਡੀਵਿਜੂਅਲ ਇੰਟਰਸਟ ਹਾਂ ਕੋਈ ਪ੍ਰੋਬਲਮ ਹੈ ਤਾਂ ਉਹਨੂੰ ਸੌਰਟ ਆਊਟ ਕਰਨ ਦੀ ਕੋਸ਼ਿਸ਼ ਕਰੇ, ਤਾਂ ਇਸ ਹਿਸਾਬ ਨਾਲ ਇਹ ਪ੍ਰਿੰਸੀਪਲ ਆ ਜਾਂਦਾ ਹੈ। ਤੁਹਾਨੂੰ ਕਲੀਅਰ ਹੋ ਗਿਆ ਹੋਣਾ। ਦੇਖੋ ਸਟੂਡੈਂਟਸ, ਇਹਦੇ ਵਿੱਚ ਕੀ ਆ ਜਾਂਦਾ ਹੈ, ਹੁਣ ਆਪਾਂ ਨੂੰ ਇਹ ਪਤਾ ਲੱਗ ਗਿਆ ਅਤੇ ਇਹਦੇ ਪੋਜ਼ੀਟਿਵ ਇਫੈਕਟ ਕੀ ਪੈ ਜਾਂਦੇ ਨੇਗੇ। ਇਹਦੇ ਨਾਲ ਅਚੀਵਮੈਂਟ ਹੁੰਦਾ ਔਰਗਨਾਈਜੇਸ਼ਨ ਦੇ ਗੋਲ ਦੇ, ਅਤੇ ਕੋਆਰਡੀਨੇਸ਼ਨ ਹੁੰਦੀ ਹੈ ਇੰਡੀਵਿਜੂਅਲ ਅਤੇ ਔਰਗਨਾਈਜੇਸ਼ਨ ਗੋਲ ਦੇ ਵਿੱਚ। ਪਰ ਜੇਕਰ ਇਹ ਪ੍ਰਿੰਸੀਪਲ ਨਾ ਹੋਵੇ ਤਾਂ ਔਰਗਨਾਈਜੇਸ਼ਨ ਦੇ ਗੋਲ ਕਦੇ ਵੀ ਅਚੀਵ ਨਹੀਂ ਕਰ ਪਾਉਣਗੇ, ਤਾਂ ਇੰਪਲੋਈ ਹਮੇਸ਼ਾ ਸਫਰ ਕਰਦਾ ਰਹੇਗਾ ਲੌਂਗ ਰਨ। ਇਸ ਲਈ ਹਮੇਸ਼ਾ ਕੀ ਦੇਖਣਾ ਪੈਂਦਾ, ਜਿਹੜਾ ਇੰਡੀਵਿਜੂਅਲ ਇੰਟਰਸਟ ਹੁੰਦਾ ਹੈ ਤਾਂ ਮੈਨੇਜਰ ਨੂੰ ਉਸ ਹਿਸਾਬ ਨਾਲ ਸਿਚੁਏਸ਼ਨ ਬਣਾਉਣੀ ਚਾਹੀਦੀ ਹੈ ਕਿ ਬੰਦੇ ਦੇ ਪਰਸਨਲੀ ਪ੍ਰੋਬਲਮਸ ਹੁੰਦੀਆਂ ਨੇਗੀਆਂ ਤਾਂ ਉਸ ਨੂੰ ਜ਼ਿਆਦਾ ਤੋਂ ਜ਼ਿਆਦਾ ਸੌਰਟ ਆਊਟ ਕਰਨਾ ਚਾਹੀਦਾ, ਤਾਂ ਜੋ ਮਤਲਬ ਉਹ ਆਪਣਾ ਕੰਮ ਨੂੰ ਬੈਸਟ ਤੋਂ ਬੈਸਟ ਐਫਰਟ ਲਗਾ ਕੇ ਪੂਰਾ ਕਰ ਸਕੇ। ਅੱਗੇ ਦੇਖਦੇ ਹਾਂ ਇਹਦੇ ਨਾਲ ਰਿਲੇਟਡ ਕੇਸ ਸਟੱਡੀ। ਦੇਖੋ ਸਟੂਡੈਂਟਸ, ਮਿਸਟਰ ਮਲਹੋਤਰਾ ਫਾਈਨਾਂਸ ਮੈਨੇਜਰ ਹੈ ਉਹ ਵੀ ABC ਲਿਮਟਿਡ ਦੇ, ਅਪਲਾਈਡ ਫॉर ਲੀਵ ਟੂ ਅਟੈਂਡ ਏ ਫੈਮਿਲੀ ਫੰਕਸ਼ਨ ਇਨ ਅੰਮ੍ਰਿਤਸਰ। The director of the company requested him to cancel this leave as there is an important meeting scheduled on that time. Mr. Malhotra immediately agreed to and cancel his trip as thought attending meeting is more important for company benefit। ਤਾਂ ਹੁਣ ਇਹ ਕੇਸ ਸਟੱਡੀ ਪੂਰਾ ਕੀ ਸਿਖਾ ਰਹੀ ਹੈ ਆਪਾਂ ਨੂੰ, ਤਾਂ ਇਹ ਕੇਸ ਸਟੱਡੀ ਆਪਾਂ ਨੂੰ ਇਹੀ ਦੱਸ ਰਹੀ ਹੈ ਸਬੋਰਡੀਨੇਸ਼ਨ ਆਫ ਇੰਡੀਵਿਜੂਅਲ ਇੰਟਰਸਟ ਟੂ ਜਰਨਲ ਇੰਟਰਸਟ। ਉਹ ਬੰਦੇ ਨੇ ਜ਼ਿਆਦਾ ਔਰਗਨਾਈਜੇਸ਼ਨ ਦੇ ਗੋਲ ਨੂੰ ਦੇਖਿਆ, ਔਰਗਨਾਈਜੇਸ਼ਨ ਨੂੰ ਕਿਤੇ ਪ੍ਰੋਬਲਮ ਨਾ ਆ ਜਾਏ ਉਹਦੇ ਜਾਣ ਨਾਲ, ਤਾਂ ਉਹਨੇ ਇਹ ਮੀਟਿੰਗ ਮਤਲਬ ਜਿਹੜੀ ਉਹ ਹੁੰਦੀ ਹੈ ਜਿਹੜਾ ਅੱਗੇ ਉਹਨੇ ਜਾਣਾ ਸੀਗਾ ਉਹ ਉੱਥੇ ਕੈਂਸਲ ਕਰਤਾ ਟ੍ਰਿਪ।
ਤਾਂ ਇਸ ਵਜ੍ਹਾ ਨਾਲ ਇਹ ਪ੍ਰਿੰਸੀਪਲ ਸਬੋਰਡੀਨੇਟ ਆਫ ਇੰਡੀਵਿਜੂਅਲ ਇੰਟਰਸਟ ਟੂ ਜਨਰਲ ਇੰਟਰਸਟ ਵਾਲਾ ਪੁਆਇੰਟ ਦੇ ਅੰਦਰ ਆ ਜਾਂਦਾ ਹੈ। ਅੱਗੇ ਦੇਖਦੇ ਹਾਂ ਸਟੂਡੈਂਟਸ, ਅੱਗੇ ਦੇਖੋ ਸਟੂਡੈਂਟ ਕਹਿੰਦੇ ਅਗਲਾ ਪ੍ਰਿੰਸੀਪਲ ਹੈ ਰੈਮੂਨਰੇਸ਼ਨ ਆਫ ਪਰਸਨ। According to this principle, the employee in the organization must be paid fairly and adequately to give them maximum satisfaction. The employee should be paid fair wages and salary which would give at least a responsible standard of living. At the same time, it should be within paying capacity of the company. The fair wages is determined according to ਦੇਖੋ ਕਿਹੜੇ ਨੇ ਫਾਈਨੈਂਸ਼ੀਅਲ ਕਪੈਸਿਟੀ ਆਫ ਦੀ ਕੰਸਰਨ ਹੁੰਦਾ ਬਾਈ ਕੀਪਿੰਗ ਇਨ ਦਾ ਮਾਈਂਡ ਮਿਨੀਮਮ ਵੇਜਸ ਐਕਟ ਆਫ ਗੌਰਮੈਂਟ ਦਾ ਵੇਜਸ ਐਂਡ ਸੈਲਰੀ ਪੇਡ ਬਾਏ ਦਾ ਕੰਪੀਟੀਟਰ। ਤਾਂ ਕਹਿੰਦੇ ਕਿ ਰੈਮੂਨਰੇਸ਼ਨ ਆਫ ਪਰਸਨ ਮਤਲਬ ਇੱਕ ਬੰਦੇ ਦੀ ਜਿਹੜੀ ਤਨਖਾਹ ਹੈ, ਸੈਲਰੀ ਹੈ ਜਾਂ ਕਮਿਸ਼ਨ ਹੈ, ਉਹ ਇਸ ਹਿਸਾਬ ਨਾਲ ਹੋਣੀ ਚਾਹੀਦੀ ਹੈ ਕਿ ਉਹ ਬੰਦਾ ਆਪਣੀ ਸਟੈਂਡਰਡ ਆਫ ਲਿਵਿੰਗ ਜੀ ਸਕੇ, ਠੀਕ ਹੈ। ਤਾਂ ਉਹਦੀ ਇੰਨੀ ਕੰਪਨੀ ਨੂੰ ਇਸ ਹਿਸਾਬ ਨਾਲ ਦੇਖਣਾ ਚਾਹੀਦਾ, ਉਹਨੂੰ ਫੇਅਰ ਵੇਜਸ ਦੇਣੀ ਚਾਹੀਦੀ, ਜਿੰਨਾ ਉਹ ਤੋਂ ਕੰਮ ਲੈ ਰਹੇ ਉਸ ਹਿਸਾਬ ਨਾਲ ਉਦੋਂ ਉਹਨੂੰ ਵੇਜਸ ਮਿਲਣੀ ਚਾਹੀਦੀ ਹੈ ਜਾਂ ਉਹਨੂੰ ਸੈਲਰੀ ਮਿਲਣੀ ਚਾਹੀਦੀ ਹੈ। ਤਾਂ ਇਹ ਕਿਹੜੀ ਫੇਅਰ ਵੇਜਸ ਦਾ ਮਤਲਬ ਹੁੰਦਾ ਹੈ ਉਹਦੀ ਕਪੈਸਿਟੀ ਦੇ ਅਕੋਰਡਿੰਗ, ਠੀਕ ਹੈ। ਉਹ ਮਿਨੀਮਮ ਵੇਜਸ ਜਿਹੜੇ ਗੌਰਮੈਂਟ ਨੇ ਤੈਅ ਕੀਤੀ ਗਈ ਹੈ ਅਤੇ ਜਿਹੜੇ ਕੰਪੀਟੀਟਰ ਦੇ ਰਹੇ ਨੇ ਉਸ ਹਿਸਾਬ ਨਾਲ ਉਹ ਦੇਣੀ ਚਾਹੀਦੀ ਹੈ ਇਹਨਾਂ ਨੂੰ, ਠੀਕ ਹੈ। ਇਹ ਸਾਰਾ ਇਹਦੇ ਵਿੱਚ ਆ ਜਾਂਦਾ ਹੈ। ਅਤੇ ਐਗਜ਼ਾਮਪਲ ਕੀ ਹੈ, ਇਫ ਇਨ ਏ ਪਰਟੀਕੂਲਰ ਈਅਰ ਦਾ ਆਰਗੇਨਾਈਜੇਸ਼ਨ ਹੈਜ਼ ਅਰਨਡ ਮੋਰ ਪ੍ਰੋਫਿਟ then apart from giving extra profit to shareholder and owner, some part of profit must be given to employee also in the form of bonus. This will encourage and motivate to put more effort and increase the profit of the company. ਤਾਂ ਇਹ ਸਾਰਾ ਇਹਦੇ ਅੰਦਰ ਆ ਜਾਂਦਾ। ਤਾਂ ਕਹਿੰਦੇ ਪੋਜ਼ੀਟਿਵ ਇਫੈਕਟ ਕੀ ਹੈ, ਇੰਪਲੋਈ ਮੋਟੀਵੇਟ ਹੁੰਦਾ ਅਤੇ ਡਿਵੋਸ਼ਨ ਐਂਡ ਕਮਿਟਮੈਂਟ ਹੁੰਦੀ ਹੈ, ਇੰਪਰੂਵ ਹੁੰਦੀ ਹੈ। ਜੇਕਰ ਇਹ ਪੁਆਇੰਟ ਨਾ ਹੋਵੇ ਤਾਂ ਟਰਨਓਵਰ ਮਤਲਬ ਇੰਪਲੋਈ ਹਟਦੇ ਜ਼ਿਆਦਾ ਨੇ, ਆਉਂਦੇ ਤਾਂ ਡਿਸਸੈਟਿਸਫੈਕਸ਼ਨ ਮਿਲਦੀ ਹੈ। ਤਾਂ ਸਾਰਾ ਇਹਦੇ ਅੰਦਰ ਆ ਜਾਂਦਾ। ਅੱਗੇ ਦੇਖੋ ਸਟੂਡੈਂਟ ਕੇਸ ਸਟੱਡੀ ਕੀ ਹੈ। And then Mr. Ram started a small business with limited investment. He hired labor and them very less wages over the time. With broad vision of Ram and hard work of this employee, the business started earning very good revenue. But with increase in earning capacity of the company, also Ram did not increase the wages and salary of his employee. There will not be maintain a reasonable standard of living. ਤਾਂ ਇਹ ਸਾਰੀ ਕੇਸ ਸਟੱਡੀ ਕਿਸ ਚੀਜ਼ ਨੂੰ ਇਸ਼ਾਰਾ ਕਰ ਰਹੀ ਹੈ, ਇਹ ਰੈਮੂਨਰੇਸ਼ਨ ਆਫ ਪਰਸਨ ਵਾਲੀ ਕੇਸ ਸਟੱਡੀ ਇਹਦੇ ਅੰਦਰ ਆ ਜਾਂਦੀ ਹੈ। ਅੱਗੇ ਦੇਖਦੇ ਹਾਂ ਸਟੂਡੈਂਟਸ ਕਿ ਸੈਂਟਰਲਾਈਜੇਸ਼ਨ ਐਂਡ ਡੀਸੈਂਟਰਲਾਈਜੇਸ਼ਨ ਕੀ ਹੈ। ਸੈਂਟਰਲਾਈਜੇਸ਼ਨ ਕਹਿੰਦੇ ਰੈਫਰ ਟੂ ਕੰਸਨਟਰੇਟ ਆਫ ਅਥਾਰਟੀ or power in few hand at the top level. Decentralization means evenly distribution of power at every level of the organization. ਕਹਿੰਦੇ ਸੈਂਟਰਲਾਈਜੇਸ਼ਨ ਦੇ ਵਿੱਚ ਜਿਹੜੀ ਪਾਵਰ ਹੁੰਦੀ ਹੈ ਉਹ ਫਿਊ ਹੱਥ 'ਚ ਹੁੰਦੀ ਹੈ, ਡੀਸੈਂਟਰਲਾਈਜੇਸ਼ਨ ਜਿਹੜੀ ਪਾਵਰ ਹੁੰਦੀ ਹੈ ਉਹ ਐਵਰੀ ਮੈਨੇਜਰ ਕੋਲ ਹੁੰਦੀ ਹੈ। ਤਾਂ ਤੁਹਾਨੂੰ ਕਲੀਅਰ ਹੋ ਗਿਆ ਹੋਣਾ। ਦੇਖੋ ਸਟੂਡੈਂਟਸ ਹੁਣ ਤੁਹਾਨੂੰ ਇਹ ਤਾਂ ਪਤਾ ਲੱਗ ਗਿਆ ਹੋਊਗਾ ਕਿ ਜਿਹੜਾ ਸੈਂਟਰਲਾਈਜੇਸ਼ਨ ਹੈ ਉਹ ਜ਼ਿਆਦਾਤਰ ਘੱਟ ਬੰਦਿਆਂ ਕੋਲ ਪਾਵਰ ਹੁੰਦੀ ਹੈ, ਡੀਸੈਂਟਰਲਾਈਜੇਸ਼ਨ ਸਾਰੇ ਮੈਨੇਜਰ ਕੋਲ ਪਾਵਰ ਹੁੰਦੀ ਹੈ, ਸਾਰੇ ਮੈਨੇਜਰ ਕੋਲ ਡੀਸੈਂਟਰਲਾਈਜੇਸ਼ਨ ਹੁੰਦੀ ਹੈ। ਇਹੀ ਸਾਰਾ ਕੁਛ ਲਿਖਿਆ ਹੋਇਆ। ਇਹਦੇ ਪੋਜ਼ੀਟਿਵ ਇਫੈਕਟ ਕੀ ਪੈਂਦੇ ਨੇ ਇਹਦੇ ਵਿੱਚ, ਬੈਨੀਫਿਟ ਹੁੰਦਾ ਸੈਂਟਰਲਾਈਜੇਸ਼ਨ ਐਜ਼ ਅਤੇ ਫਾਸਟ ਡਿਸੀਜ਼ਨ ਹੁੰਦੇ ਨੇ ਜੇਕਰ ਟੋਪ ਲੈਵਲ ਸਟ੍ਰਿਕਟ ਕੰਟਰੋਲ ਹੋਵੇ। ਪਰ ਜੇਕਰ ਵਾਇਲੇਸ਼ਨ ਕੀ ਕਰਦਾ, ਸੈਂਟਰਲਾਈਜੇਸ਼ਨ ਹਮੇਸ਼ਾ ਡਿਲੇ ਕਰਦਾ ਡਿਸੀਜ਼ਨ, ਡੀਸੈਂਟਰਲਾਈਜੇਸ਼ਨ ਮਿਸਯੂਜ਼ ਕਰਦਾ। ਐਸਾ ਯਾਦ ਰੱਖਣਾ। ਅੱਗੇ ਦੇਖਦੇ ਹਾਂ ਆਪਾਂ ਨੈਕਸਟ ਕੇਸ ਸਟੱਡੀ ਦੇਖਦੇ ਹਾਂ ਆਪਾਂ ਪ੍ਰਿੰਸੀਪਲ ਆਫ ਸਕੈਲਰ ਚੇਨ। ਇਹਦੇ ਪ੍ਰਿੰਸੀਪਲ ਆਫ ਸਕੈਲਰ ਚੇਨ ਕੀ ਆ। ਇਹਦੇ ਸਕੈਲਰ ਚੇਨ ਮੀਨਸ ਲਾਈਨ ਆਫ ਅਥਾਰਟੀ or chain of superior from highest to lowest rank. Fowle insists that this chain must be followed strictly in the organization. Every information must pass through every key of the chain. No skipping of any key should be allowed. ਹੁਣ ਦੇਖੋ ਡਾਇਗਰਾਮ ਲਿਖਿਆ ਹੈ, A ਆਪਣੇ ਆਰਡਰ ਦਊਗਾ B ਨੂੰ, B ਦਊਗਾ C ਨੂੰ, C ਦਊਗਾ D ਨੂੰ। ਇਸ ਤਰੀਕੇ ਨਾਲ F ਰਿਪੋਰਟ ਕਰੂਗਾ E ਨੂੰ, ਐਵੇਂ ਇਸ ਤਰੀਕੇ ਨਾਲ ਸਿਸਟਮ ਚੱਲਦਾ ਹੈ।
ਤੇ ਇਹਨੂੰ ਕੀ ਬੋਲਦੇ ਆ ਸਕੇਲਰ ਚੇਨ। ਮਤਲਬ ਹਰ ਚੀਜ਼ ਸਿਸਟਮੈਟਿਕਲੀ ਵੇ ਨਾਲ ਉਹਨਾਂ ਦਾ ਰੈਂਕ ਬਣਿਆ ਹੋਇਆ, ਇਸ ਤੋਂ ਬਾਅਦ ਇਹ, ਇਸ ਤੋਂ ਬਾਅਦ ਇਹ, ਇਹਨੂੰ ਸਕੇਲਰ ਚੇਨ ਬੋਲਦੇ ਆ। ਇੱਧਰ ਵੀ ਇਸ ਤਰੀਕੇ ਨਾਲ ਹੀ ਇਹੀ ਐਕਸਪਲੇਨ ਕੀਤਾ ਹੋਇਆ। ਬਟ ਇਫ ਜੇਕਰ ਇੰਪੋਰਟੈਂਟ ਇਨਫੋਰਮੇਸ਼ਨ ਹੁੰਦੀ ਹੈ, ਜੇਕਰ ਈ ਸਿੱਧੀ ਰਿਪੋਰਟ ਕਰਨਾ ਚਾਹੁੰਦਾ ਐਲ ਨੂੰ ਜਾਂ ਐਮ ਨੂੰ ਜਾਂ ਏ ਨੂੰ, ਤਾਂ ਉਹਨੂੰ ਬੋਲਦੇ ਆ ਆਪਾਂ ਗੈਂਗ ਪਲਾਂਕ। ਠੀਕ ਹੈ, ਉਹਨੂੰ ਗੈਂਗ ਪਲਾਂਕ ਬੋਲਦੇ ਆ। ਅਤੇ ਇਹਦੇ ਵਿੱਚ ਡਾਇਰੈਕਟਲੀ ਆਪਾਂ ਕੀ ਕਰ ਸਕਦੇ ਹਾਂ, ਮਤਲਬ ਜਾ ਸਕਦੇ ਹਾਂ ਤਾਂ ਵਿਦਾਊਟ ਸਕੈਲਰ ਚੇਨ ਬਣਾਏ। ਠੀਕ ਹੈ, ਇਹਨੂੰ ਆਪਾਂ ਗੈਂਗ ਪਲਾਂਕ ਬੋਲਾਂਗੇ। ਠੀਕ ਹੈ, ਇਹ ਸਾਨੂੰ ਕਲੀਅਰ ਹੋ ਗਿਆ ਹੋਣਾ। ਆਹ ਦੇਖੋ ਤੁਹਾਨੂੰ ਡਾਇਗਰਾਮ 'ਚ ਵੀ ਦੱਸਿਆ ਹੋਇਆ, ਜੇਕਰ ਈ ਨੇ ਡਾਇਰੈਕਟ ਓ ਨੂੰ ਰਿਪੋਰਟ ਕਰਨੀ ਹੈ, ਬਸ ਫਰਕ ਇਹ ਹੋਊਗਾ ਈ ਨੂੰ ਆਪਣੇ ਸੀਨੀਅਰ ਨੂੰ ਦੱਸਣਾ ਪਊਗਾ ਡੀ ਨੂੰ, ਤਾਂ ਓ ਨੂੰ ਵੀ ਐਨ ਨੂੰ ਦੱਸਣਾ ਪਊਗਾ, ਤਾਂ ਫਿਰ ਉਹ ਮਤਲਬ ਡਾਇਰੈਕਟਲੀ ਇਨਫੋਰਮੇਸ਼ਨ ਲੈ ਸਕਦੇ ਨੇ। ਬਸ ਇਸ ਲਈ ਇਹ ਚੀਜ਼ ਇੰਪੋਰਟੈਂਟ ਆ ਜਾਂਦੀ ਆ। ਤਾਂ ਪੋਜ਼ੀਟਿਵਲੀ ਇਫੈਕਟ ਕੀ ਪੈਂਦੇ ਨੇਗੇ, ਇਹ 'ਚ ਸਿਸਟਮੈਟਿਕ ਫੋਲੋ ਹੁੰਦਾ ਇਨਫੋਰਮੇਸ਼ਨ ਦਾ, ਕਮਿਊਨੀਕੇਸ਼ਨ ਗੈਪ ਨਹੀਂ ਹੁੰਦਾ। ਇਹਦੇ ਵਿੱਚ ਕੀ ਹੈ, ਜੇਕਰ ਇਹ ਵਾਇਲੇਟ ਕਰਦੇ ਆ ਪ੍ਰਿੰਸੀਪਲ ਨੂੰ, ਕਮਿਊਨੀਕੇਸ਼ਨ ਗੈਪ ਵੀ ਆਉਂਦਾ, ਕੋਈ ਕਲੈਰਿਟੀ ਨਹੀਂ ਹੁੰਦੀ। ਠੀਕ ਹੈ, ਬਸ ਇਹ ਸਕੈਲਰ ਚੇਨ ਕਲੀਅਰ ਹੋ ਗਿਆ ਹੋਣਾ ਸਾਨੂੰ ਸਾਰਿਆਂ ਨੂੰ ਕਿ ਹਰ ਚੀਜ਼ ਸਿਸਟਮੈਟਿਕ ਵੇ ਨਾਲ ਇੱਕ ਬੰਦਾ ਦੂਜੇ ਬੰਦੇ ਨੂੰ ਰਿਪੋਰਟ ਕਰੇਗਾ, ਤਾਂ ਤੁਹਾਨੂੰ ਕਲੀਅਰ ਹੋ ਗਿਆ ਹੋਣਾ। ਅਤੇ ਗੈਂਗ ਪਲਾਂਕ ਵੀ ਕਲੀਅਰ ਕਰਤਾ ਹੋਣਾ। ਅੱਗੇ ਦੇਖਦੇ ਸਟੂਡੈਂਟਸ ਪ੍ਰਿੰਸੀਪਲ ਆਫ ਆਰਡਰ। ਕਹਿੰਦੇ in this principle order does not mean command, but it refer to orderly arrange of man and material that is fixed place by everything and everyone is organization। ਕਹਿੰਦੇ ਇਹਦੇ ਵਿੱਚ ਪ੍ਰਿੰਸੀਪਲ ਆਫ ਆਰਡਰ ਦਾ ਮਤਲਬ ਕਮਾਂਡ ਦੇਣਾ ਨਹੀਂ ਹੈਗਾ। ਇਹਦਾ ਮਤਲਬ ਹੁੰਦਾ ਕਿ ਜਿਹੜੇ ਬੰਦੇ ਦੀ ਜਿੱਥੇ ਡਿਊਟੀ ਲਾਈ ਆ ਜਾਂ ਜਿਹੜਾ ਸਮਾਨ ਜਿੱਥੇ ਪਿਆ ਹੋਣਾ ਚਾਹੀਦਾ ਉਹ ਉੱਥੇ ਜਗ੍ਹਾ 'ਤੇ ਅਰੇਂਜ ਕਰਕੇ ਰੱਖਣਾ, ਤਾਂ ਜੋ ਪਤਾ ਹੋਵੇ ਕਿ ਹਾਂ ਸਮਾਨ ਉੱਥੇ ਪਿਆ, ਉਹਦਾ ਫਿਕਸਡ ਪਲੇਸ ਪਤਾ ਹੋਵੇ। ਹਾਂ ਵੀ ਬੰਦੇ ਨੂੰ ਕਿਤੇ ਕਨਫਿਊਜ਼ ਨਾ ਹੋਵੇ ਕਿ ਹਾਂ ਵੀ ਆਹ ਸਮਾਨ ਕਿੱਥੇ ਮਿਲੂਗਾ, ਉਹਨੂੰ ਪਤਾ ਹੋਵੇ ਹਾਂ ਇਹ ਚੀਜ਼ ਇੱਥੇ ਮਿਲੇਗੀ, ਤਾਂ ਉਹਦਾ ਟਾਈਮ ਵੀ ਬਚੂਗਾ। ਜੇਕਰ ਹਾਈ ਸਮਾਨ ਇੱਧਰ ਉੱਧਰ ਬਿਖਰਾ ਪਾ ਰੱਖਿਆ, ਕੋਈ ਇੱਧਰ ਸੁੱਟ ਰੱਖਿਆ, ਕੋਈ ਉੱਧਰ ਸੁੱਟ ਰੱਖਿਆ, ਜਿਹਦੇ ਨਾਲ ਪਤਾ ਨਹੀਂ, ਫਿਰ ਕੀ ਹੁੰਦਾ, ਬੰਦਾ ਨੂੰ ਲੱਭਣ ਦੇ ਵਿੱਚ ਵੀ ਪ੍ਰੋਬਲਮ ਹੁੰਦਾ, ਟਾਈਮ ਇੰਨਾ ਵੇਸਟੇਜ ਹੁੰਦਾ ਕਿ ਸਮਾਨ ਲੱਭਦਾ ਨਹੀਂ ਗਾ, ਅਤੇ ਜਿਸ ਵਜ੍ਹਾ ਨਾਲ ਐਨਰਜੀ ਬਹੁਤ ਜ਼ਿਆਦਾ ਲੱਗ ਜਾਂਦੀ ਹੈ, ਜਿਸ ਨਾਲ ਵੇਸਟੇਜ ਹੀ ਵੇਸਟੇਜ ਹੋ ਜਾਂਦੀ ਹੈ। ਅਤੇ ਜੇਕਰ ਇਹ ਸਾਰੀ ਚੀਜ਼ਾਂ ਆਰਡਰਲੀ ਹੋਊਗਾ, ਅਰੇਂਜ ਕੀਤਾ ਹੋਏਗਾ, ਹਰ ਚੀਜ਼ ਸਿਸਟਮੈਟਿਕ ਵੇ ਨਾਲ ਹੋਏਗਾ, ਤਾਂ ਸਿਸਟਮ ਕੀ ਹੈ, ਵਧੀਆ ਤਰੀਕੇ ਨਾਲ ਚੱਲੇਗਾ। ਠੀਕ ਹੈ, ਇਹਦੇ ਵਿੱਚ ਪੋਜ਼ੀਟਿਵ ਇਫੈਕਟ ਕੀ ਪੈਂਦੇ ਨੇਗੇ, ਇਹਦੇ ਵਿੱਚ ਕੋਈ ਵੇਸਟੇਜ ਨਹੀਂ ਹੁੰਦੀ ਹੈਗੀ, ਸਮੂਥਲੀ ਸਿਸਟਮੈਟਿਕ ਵੇ ਨਾਲ ਚੱਲਦਾ ਹੈ। ਪਰ ਜੇਕਰ ਇਹਨੂੰ ਵਾਇਲੇਟ ਕਰਦੇ ਹਾਂ ਤਾਂ ਵੇਸਟੇਜ ਬਹੁਤ ਜ਼ਿਆਦਾ ਹੁੰਦੀ ਹੈ, ਅਤੇ ਇਹਦੇ ਵਿੱਚ ਆਪਾਂ ਨੂੰ ਰਾਈਟ ਟਾਈਮ 'ਤੇ ਨਹੀਂ ਪਤਾ ਲੱਗਦਾ। ਤਾਂ ਤੁਹਾਨੂੰ ਕਲੀਅਰ ਹੋ ਜਾਣਾ। ਅੱਗੇ ਦੇਖਦੇ ਹਾਂ, ਇਹਦੀ ਐਗਜ਼ਾਮਪਲ ਪੜ੍ਹਦੇ ਹਾਂ ਆਪਾਂ। ਹੁਣ ਦੇਖੋ ਇੱਕ ਸਕੂਲ ਹੈ, ਉਹਦੇ ਵਿੱਚ ਜਿਹੜਾ ਬੁੱਕਸ ਆਰ ਕੈਪਟ ਇਨ ਆਫਿਸ, ਚਾਕ ਇਨ ਲਾਇਬ੍ਰੇਰੀ, ਆਫਿਸਰ ਰਿਕਾਰਡ ਐਂਡ ਫਾਈਲ ਇਨ ਦ ਸਟਾਫ ਰੂਮ। ਤਾਂ ਇਹ ਸਾਰਾ ਕੀ ਹੈ ਕਿ ਇਸ ਪ੍ਰਿੰਸੀਪਲ ਨੂੰ ਵਾਇਲੇਟ ਕਰ ਰਿਹਾ। ਤਾਂ ਇਹ ਕੀ ਹੈ, ਪ੍ਰਿੰਸੀਪਲ ਆਫ ਆਰਡਰ। ਹੁਣ ਤੁਹਾਨੂੰ ਪਤਾ ਹੈ ਬੁੱਕਸ ਕਿੱਥੇ ਹੋਣੀ ਚਾਹੀਦੀ ਹੈ, ਲਾਇਬ੍ਰੇਰੀ ਦੇ ਵਿੱਚ। ਠੀਕ ਹੈ, ਚਾਕ, ਇਹ ਸਾਰੀ ਚੀਜ਼ਾਂ ਕੀ, ਆਫਿਸ ਕਿੱਥੇ ਹੋਣਾ ਚਾਹੀਦਾ। ਠੀਕ ਹੈ, ਇਹ ਸਾਰੀਆਂ ਚੀਜ਼ਾਂ ਇਹਦੇ ਅੰਦਰ ਆ ਜਾਂਦੀਆਂ। ਤਾਂ ਇਹ ਸਾਰੀ ਚੀਜ਼ਾਂ ਨੂੰ ਮੇਨਟੇਨ ਹੋਣਾ ਚਾਹੀਦਾ ਕਿ ਹਾਂ ਬੁੱਕਸ ਉੱਥੇ ਮਿਲਣਗੀਆਂ, ਇਹ ਚੀਜ਼ਾਂ ਉੱਥੇ ਮਿਲਣਗੀਆਂ। ਤਾਂ ਪ੍ਰਿੰਸੀਪਲ ਆਫ ਇਕੁਇਟੀ ਆ ਜਾਂਦਾ ਅੱਗੇ ਦੇਖੋ। ਕਹਿੰਦੇ ਇਕੁਇਟੀ ਰੈਫਰ ਟੂ ਕਾइंड, ਫੇਅਰ ਐਂਡ ਜਸਟ ਟ੍ਰੀਟਮੈਂਟ ਟੂ employee will put their maximum effort only when they are treated with kindness and justice. If a manager is biased in dealing with the employee, then employee will get dissatisfied and will not contribute their maximum capacity. Equity does not mean equal salary to a peer and superior, but equity means the application of same disciplinary rule, leave rule and same way irrespective of their grade, position and gender। ਕਹਿੰਦੇ ਹਮੇਸ਼ਾ ਹਰੇਕ ਪ੍ਰਿੰਸੀਪਲ ਇਸ ਚੀਜ਼ ਨਾਲ ਹੁੰਦਾ, ਹਮੇਸ਼ਾ ਫੇਅਰ ਟਰੀਟਮੈਂਟ ਕਰਨਾ ਚਾਹੀਦਾ ਇੰਪਲੋਈ ਨਾਲ। ਜਿਹੜਾ ਇੰਪਲੋਈ ਜ਼ਿਆਦਾ ਮਿਹਨਤ ਕਰ ਰਿਹਾ ਤਾਂ ਉਸ ਨਾਲ ਜਸਟਿਸ ਕਰਨੀ ਚਾਹੀਦੀ ਹੈ, ਉਸ ਨੂੰ ਉਸ ਹਿਸਾਬ ਨਾਲ ਤਨਖਾਹ ਦੇਣੀ ਚਾਹੀਦੀ ਹੈ, ਅਤੇ ਕਿਸੇ ਨਾਲ ਭੇਦਭਾਵ ਨਹੀਂ ਕਰਨਾ ਚਾਹੀਦਾ, ਪਾਰਸ਼ੈਲਿਟੀ ਨਹੀਂ ਕਰਨੀ ਚਾਹੀਦੀ। ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਸੈਲਰੀ ਇੱਕ ਵੱਡੇ ਅਧਿਕਾਰੀ ਅਤੇ ਪੀਐਨ ਦੀ ਸੇਮ ਕਰ ਦਿਓ, ਇਹਦਾ ਮਤਲਬ ਇਹ ਨਹੀਂ ਹੈਗਾ। ਹਰੇਕ ਬੰਦੇ ਨਾਲ ਮਤਲਬ ਓਮਨੀ ਜਸਟਿਸ ਹੋਣੀ ਚਾਹੀਦੀ ਹੈ, ਲੀਵ ਰੂਲ ਸੇਮ ਹੋਣੇ ਚਾਹੀਦੇ ਆ, ਜਿਹੜੇ ਵੀ ਡਿਸਿਪਲਿਨ ਦੇ ਰੂਲ ਨੇ ਸਾਰਿਆਂ ਦੀ ਸੇਮ ਹੋਣੇ ਚਾਹੀਦੇ ਆ, ਪੋਜੀਸ਼ਨ, ਜੈਂਡਰ ਸਾਰਾ ਕੁਛ ਸੇਮ ਹੋਣਾ ਚਾਹੀਦਾ।
ठीक है। तो ये सारिया चीज़ां आउंदियां ये किसी धर्म नाल कोई भेदभाव नहीं करना चाहिए, किसी लैंगुएज कास्ट नाल अलग तो भेदभाव नहीं करना चाहिए। तो ये इक्विटी वाला हरेक नाल इक्वली बिहेव करना है, ठीक है। अगे आंदा इहदा जिहड़ा पॉजिटिव इफैक्ट की पैंदा इहदे अंदर इंपलॉई सैटिस्फाई हुंदा, मोटिवेट हुंदा, ठीक है। वायलेट की करता डिससैटिस्फाई होंगे इंपलॉई जेकर इनू आप प्रिंसीपल नहीं लेंगे। इनक्रीज टर्नओवर ज़्यादा इनक्रीज होंगी है। अनहेल्दी रिलेशन होंगे सुपीरियर तो सबऑर्डिनेट, अनहेल्दी रिलेशन हो जाता है। तो थोड़ा क्लीयर हो गया होना। अगे देखते हैं स्टूडेंट्स, स्टेबिलिटी ऑफ टेन्योर ऑफ पर्सनल। हम ये की है and it refer to no frequent transmission and transfer according to their principle. The management must provide the feeling of job security among the employee, because the feeling insecurity of a job employee cannot contribute the maximum. Frequent turnover of employees bad and organization such decision must take when there is almost unavoidable. ਹੁਣ ਇਹ ਵਿੱਚ ਕੀ ਹੈ ਦੇਖੋ, ਕਹਿੰਦੇ ਸਟੇਬਿਲਿਟੀ ਆਫ ਟੈਨਿਓਰ ਆਫ ਪਰਸਨਲ। हम देखो जेकर एक इंपलॉई है वह अपनी जॉब के अकॉर्डिंग इनसिक्योर फील करेगा, इनसिक्योरिटी फील करेगा, तो जिस नाल ओहदा मन नहीं लगेगा तो वह की होगा टर्नओवर होने के ज़्यादा चांस ने। ऑर्गेनाइजेशन के विच जेकर सिचुएशन इस तरीके नाल है कि वह काम सही तरीके नाल नहीं बन रहा जां उन्होंने बैड लग रहा जां इस तरीके इनसिक्योरिटी फील हो रही है, तो उस की है कि टर्नओवर ज़्यादा होएगी। पर जेकर टर्नओवर ताइयों घटाई जा सकती है अगर प्रॉपरली तरीके नाल उन्होंने सिक्योरिटी प्रोवाइड होवे, उन्होंने इस तरीके नाल इन्वायरमेंट पैदा किया जाए तो जो इंपलॉई ज़्यादा तो ज़्यादा मतलब काम मिले, ज़्यादा तो ज़्यादा वो सोचे कि हाँ भी मैं तो सिक्योर हाँ, ठीक है। वो कोई पार्शलिटी ना की जाए, ये की होंदा लैस वेस्टेज भी हो जाती है, उन्होंने ओवर बर्डन भी ना दिता जाए। ये सारी चीज़ा की है स्टेबिलिटी ऑफ टैनर पर्सनल चाहती है। ये इंपलॉई की जेकर ये चीज़ा आप अपनाने फील मतलब जो सिक्योरिटी फील कराने तो जिद नाल मतलब कोई वेस्टेज नहीं होंगी है कि इंपलॉई की एफिशिएंसी ज़्यादा होंगी है, ठीक है। पर जेकर वायलेट करते हैं तो वेस्टेज होंगी है, इंपलॉई हटते हैं बार बार, फ्रस्ट्रेशन होंगी है, डिससैटिस्फैक्शन होंगी है, तो सारा चीज़ा ये अंदर आ जाती है। आगे देखो स्टूडेंट्स, इनिशिएटिव देखो, इनिशिएटिव रेफर टू टेकिंग फर्स्ट स्टेप विद सेल्फ मोटिवेशन। Fayol suggested that employee in the organization must be given an opportunity to take some initiative in make। ਹੁਣ देखो इनिशिएटिव ਦੇ ਵਿੱਚ ਕੀ ਹੁੰਦਾ ਹੈ, ਅੱਗੇ ਮੈਂ ਸਮਝਾਉਣਾ, ਪਹਿਲਾਂ ਪੂਰਾ ਪੜ੍ਹ ਲਈਏ। To making executive a plan, it gives immense satisfaction to employees, so manager must welcome the suggestion and idea of employee before framing the plan, and the initiative does not mean disavoidance. Once decisions are taken by manager, then every employee must follow it whether it is according to employee suggestion or not। ਹੁਣ इनिशिएटिव की है, कहते एक सैल्फ मोटिवेशन का मतलब की होगा कि हमेशा उन्होंने अपॉर्चुनिटी देनी चाहिए है कि वो सोचे, मतलब आइडिया क्रिएट करे अपने माइंड के विच, मैनेजर देखना चाहिए कि कोई भी सिचुएशन आए तो इंपलॉय की सुने, वो आइडिया का वेलकम करे, ठीक है। जेकर अपनाना ना अपनाना तो मैनेजर पर डिपेंड करता है, पर वो आइडिया वेलकम करे, मतलब ज़्यादा प्रायोरिटी करे कि हाँ ये बंदा सोचन तो मजबूर करे, तो जो ज़्यादा तो ज़्यादा इनिशिएटिवली इंपलॉय हो सकन, नए नए प्लान लिया सकन, नई तो जो अपनी ऑर्गेनाइजेशन बेस्ट तो बेस्ट की है गोल्स वधिया तरीके नाल अचीव कर सके, बेस्ट एफर्ट लगा के ज़्यादा तो ज़्यादा प्रॉफिट कमा सके। तो यही चीज़ है कि इनिशिएटिवली होना कराना चाहिए एक मैनेजर ने इंपलॉय वास्ते, ठीक है। ये की होंदा है उन्होंने फीलिंग डिवेलप होंदी है, तो उन्होंने टारगेट टाइम पर पूरे होंगे ने, ठीक है। तो जेकर ये वायलेट करते हैं तो मोटिवेट होंगे ने, तो वर्क बेस्ट एबिलिटी के नहीं चल पाते। तो क्लीयर हो गया होना तुहानूं।
ਹੁਣ ਦੇਖੋ ਇਸ ਪੀਰੀਅਡ ਦੇ ਕੋਰਸ ਦੇ ਵਿੱਚ ਕੀ ਹੈ, ਮੈਨੇਜਮੈਂਟ ਮਸਟ ਇਨਕਰੇਜ ਐਂਡ ਪ੍ਰਮੋਟ ਟੀਮ ਸਪਿਰਿਟ, ਯੂਨਿਟੀ ਐਂਡ ਹਾਰਮੋਨੀ, this will bring coordination and cooperation in organization. A manager should replace with we, ਠੀਕ ਹੈ। ਅਤੇ ਇੱਕ ਗੱਲ ਇਸ ਐਸਪੇਡ ਦੇ ਕਰੋਪਸ ਦੇ ਵਿੱਚ ਇਹ ਹੁੰਦਾ ਕਿ ਹਮੇਸ਼ਾ ਟੀਮ ਵਰਕ ਦੇ ਅਕੋਰਡਿੰਗ ਕੰਮ ਚੱਲਦਾ। ਇੱਕ ਬੰਦਾ ਕਦੇ ਵੀ ਕੰਮ ਨਹੀਂ ਪੂਰਾ ਕਰ ਸਕਦਾ, ਉਹ ਹਮੇਸ਼ਾ ਟੀਮ ਵਰਕ ਦੇ ਵਿੱਚ ਹੀ ਕੰਮ ਪੂਰਾ ਕਰ ਸਕਦਾ। ਕਦੇ ਵੀ ਮੈਨੇਜਰ ਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਮੈਂ ਉਹ ਕੰਮ ਪੂਰਾ ਕੀਤਾ, ਤਾਂ ਹਮੇਸ਼ਾ ਵਰਡ ਯੂਜ਼ ਕਰਨਾ ਚਾਹੀਦਾ ਵੀ, ਆਈ ਵਰਡ ਯੂਜ਼ ਨਹੀਂ ਕਰਨਾ ਚਾਹੀਦਾ। ਤਾਂ ਇਸ ਪੇਡ ਦੇ ਕਰੋਪ ਇਹੀ ਬੋਲਦਾ ਹੈ। ਇਹਦੇ ਨਾਲ ਟੀਮ ਸਪਿਰਿਟ ਡਿਵੈਲਪ ਹੁੰਦੀ ਹੈ, ਇਹਦੇ ਨਾਲ ਕੀ ਹੁੰਦਾ, ਆਰਗੇਨਾਈਜੇਸ਼ਨ ਦੇ ਗੋਲ ਅਚੀਵ ਹੁੰਦੇ ਨੇ। ਜੇ ਇਹਨੂੰ ਆਪਾਂ ਨਾ ਕੀ ਕਰਦੀ ਹੈ, ਵਾਇਲੇਟ ਕਰਦੀ ਹੈ, ਤਾਂ ਟੀਮ ਗੋਲ ਕੀ ਹੈ ਅਚੀਵ ਨਹੀਂ ਹੋ ਪਾਉਂਦਾ, ਟੀਮ ਸਪਿਰਿਟ ਨਹੀਂ ਮਿਲਦੀ, ਤਾਂ ਇੰਡੀਵਿਜੂਅਲੀ ਸਟਰੈਸ ਫੀਲ ਕਰਦੇ ਨੇ। ਤਾਂ ਇਹ ਪੁਆਇੰਟ ਇਹਦੇ ਵਿੱਚ ਆ ਜਾਂਦਾ ਹੈ ਇਸ ਸਪਿਰਿਟ ਦੇ ਕੋਰਪਸ ਦਾ। ਤੁਹਾਨੂੰ ਕਲੀਅਰ ਹੋ ਗਿਆ ਹੋਣਾ ਸਟੂਡੈਂਟਸ। ਤਾਂ ਤੁਹਾਡੇ ਸਾਰੇ ਪ੍ਰਿੰਸੀਪਲ ਮੈਨੇ ਕਲੀਅਰ ਕਰਾਤੇ। ਇਹ ਤੁਹਾਡੇ ਅੱਗੇ ਕੇਸ ਸਟੱਡੀਜ਼ ਨੇ, ਤੁਹਾਡੀ ਪ੍ਰੈਕਟਿਸ ਹੈ, ਤੁਸੀਂ ਇਹ ਕਰਨਾ ਹੈ, ਠੀਕ ਹੈ। MCQ ਜਿਵੇਂ ਸਟੂਡੈਂਟ ਦੇ ਹੁਣ ਦੇਖਿਆ ਹੋਊਗਾ, ਜਿਵੇਂ ਹੁਣ ਦਾ ਲਿਖਿਆ ਹੋਇਆ ਦਾ ਪ੍ਰਿੰਸੀਪਲ ਵਿੱਚ ਮਿਨੀਮਾਈਜ਼ ਇੰਪਲੋਈ ਟਰਨਓਵਰ ਇਜ਼, ਜ਼ਿਆਦਾ ਮਿਨੀਮਾਈਜ਼ ਟਰਨਓਵਰ ਕਿਹਦੇ ਵਿੱਚ ਹੈ, ਸਟੇਬਿਲਿਟੀ ਆਫ ਟੈਨਿਓਰ ਆਫ ਪਰਸਨਲ। ਦਾ ਫੋਲੋਇੰਗ ਪ੍ਰਿੰਸੀਪਲ ਆਫ ਮੈਨੇਜਮੈਂਟ ਪ੍ਰੀਵੈਂਟ ਓਵਰਲੈਪਿੰਗ ਕਿਹਦੇ ਵਿੱਚ ਵਾਲਾ ਪੁਆਇੰਟ ਇਹਦੇ ਵਿੱਚ ਕਿੱਥੇ ਆ ਜਾਂਦਾ, ਠੀਕ ਹੈ। ਤਾਂ ਹੁਣ ਇਹ ਯੂਨਿਟੀ ਆਫ ਕਮਾਂਡ ਹੈਗਾ। ਰਾਈਟ ਪਲੇਸ ਵਾਲਾ ਪੁਆਇੰਟ ਇੰਡੀਕੇਟ ਕਿਹਨੂੰ ਕਰਦਾ, ਪ੍ਰਿੰਸੀਪਲ ਆਫ ਆਰਡਰ, ਠੀਕ ਹੈ। ਕਾਈਂਡਨੈਸ ਐਂਡ ਜਸਟਿਸ ਬਿਹੇਵੀਅਰ ਮੈਨੇਜਰ ਰਿਲੇਟ ਕਿਹਦੇ ਨਾਲ ਕਰਦਾ, ਪ੍ਰਿੰਸੀਪਲ ਆਫ ਇਕੁਇਟੀ। ਵਾਇਲੇਟ ਵਾਲਾ ਜਿਹਦੇ ਵਿੱਚ ਪ੍ਰਿੰਸੀਪਲ ਕ੍ਰੀਏਟ ਇਨਸਿਕਿਉਰਿਟੀ ਵਾਲਾ ਪੁਆਇੰਟ ਇਹ ਸਟੇਬਿਲਿਟੀ ਆਫ ਪਰਸਨਲ। ਸਕੂਲ ਇਹ ਪੁਆਇੰਟ ਪੜ੍ਹੋਗੇ ਸਾਰਾ ਤੁਹਾਨੂੰ ਕਲੀਅਰ ਹੋ ਜਾਣਾ ਹੈ ਸਟੂਡੈਂਟਸ, ਠੀਕ ਹੈ। ਤਾਂ ਹੁਣ ਤੁਹਾਨੂੰ ਇਹ ਸਾਰਾ ਕਲੀਅਰ ਹੋ ਚੁੱਕਾ ਹੈ, ਅਤੇ ਇਹ ਤੁਹਾਡਾ ਹੋਮਵਰਕ ਹੈ ਜਿਹੜੀ ਕੇਸ ਸਟੱਡੀਜ਼ ਨੇ। ਅਤੇ ਤੁਸੀਂ ਤੁਹਾਨੂੰ ਸਾਰਿਆਂ ਨੂੰ ਮੈਂ ਪ੍ਰਿੰਸੀਪਲਸ ਕਰਾਤੇ, ਹੈਨਰੀ ਫਿਓਲ ਪੂਰਾ ਦਾ ਪੂਰਾ ਕਲੀਅਰ ਕਰਾਤਾ। ਅਤੇ ਆਪਣਾ ਖਿਆਲ ਰੱਖੋ, ਸੁਰੱਖਿਅਤ ਰਹੋ। ਜੈ ਹਿੰਦ।